ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਇੱਕ ਦਿਨ ਕੁਝ ਅਕਾਲੀ ਸੱਜਣ ਸੰਤ ਜੀ ਮਹਾਰਾਜ ਦੇ ਦਰਸ਼ਨ ਲਈ ਆਏ। ਪਰਸਪਰ ਬੜੇ ਪ੍ਰੇਮ ਦੇ ਬਚਨ ਬਿਲਾਸ ਹੋਏ। ਇਸ ਪ੍ਰੇਮ ਦੀ ਲਹਿਰ ਵਿੱਚ ਹੱਥ ਜੋੜ ਬੜੀ ਅਧੀਨਗੀ ਸਹਿਤ ਇਹਨਾਂ ਸੱਜਣਾਂ ਨੇ ਬੇਨਤੀ ਕੀਤੀ, ਮਹਾਰਾਜ ਜੀ, ਪੰਥ ਵਿੱਚ ਬੜੀ ਫੁੱਟ ਪੈ ਗਈ ਹੈ। ਹਜ਼ੂਰ ਮਿਹਰ ਕਰਕੇ ਇਸ ਵੈਰਨ ਦੇ ਦੂਰ ਕਰਨ ਦਾ ਕੋਈ ਇਲਾਜ ਦੱਸੋ। ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ ਅਸੀਂ ਕੁਝ ਨਹੀਂ ਜਾਣਦੇ, ਤੁਸੀਂ ਆਪ ਸਿਆਣੇ ਹੋ। ਇਹ ਸੁਣ ਅਕਾਲੀ ਸਿੰਘਾਂ ਨੇ ਫਿਰ ਬੜੀ ਨਿਮਰਤਾ ਭਰੀ ਬੇਨਤੀ ਕੀਤੀ, ਆਪ ਜਾਨੀ ਜਾਣ ਹੋ, ਜ਼ਰੂਰ ਕਿਰਪਾ ਕਰੋ। ਸੰਤ ਜੀ ਮਹਾਰਾਜ ਨੇ ਆਖਿਆ, ਭਾਈ ਸਾਰੇ ਧੜਿਆਂ ਦੇ ਆਗੂ ਅਕਾਲ ਤਖਤ ਸਾਹਿਬ ਆ ਕੇ ਮਿਲ ਕੇ ਕੀਰਤਨ ਕਰਨ, ਸ਼ਬਦ ਆਪੇ ਹੀ ਮਿਲਾ ਦੇਵੇਗਾ। ਪ੍ਰੇਮੀਆਂ ਨੇ ਫਿਰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਵਿਹਾਰ ਦੀ ਜੁਗਤ ਦੱਸੋ ਜਿਸ ਕਰਕੇ ਪੰਥ ਇੱਕ ਰਸਤੇ ਪੈ ਜਾਵੇ। ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ ਤੁਹਾਡਾ ਹੀ ਦੁੱਧ ਤੇ ਤੁਹਾਡੀ ਹੀ ਖੰਡ, ਅਸੀਂ ਤਾਂ ਉਂਗਲ ਫੇਰਨ ਜਾਣਦੇ ਹਾਂ। ਇਹ ਕਹਿ ਸੰਤ ਜੀ ਆਪਣੇ ਰੰਗ ਵਿੱਚ ਆ ਗਏ ਅਤੇ ਬੜੇ ਜੋਸ਼ ਨਾਲ ਆਖਿਆ, ਜਿਸ ਦਿਨ ਗੁਰੂ ਖਾਲਸਾ ਆਪਣੇ 5 ਆਗੂ ਤੇ ਇਹਨਾਂ ਦਾ ਇੱਕ ਸਾਖੀ ਚੁਣ ਲਵੇਗਾ ਅਤੇ ਇਹਨਾਂ ਦੀ ਆਗਿਆ ਵਿੱਚ ਚੱਲੇਗਾ, ਜਿਸ ਕੰਮ ਨੂੰ ਹੱਥ ਪਾਵੇਗਾ ਉਹ ਫਤਿਹ ਹੋ ਜਾਵੇਗਾ। ਚੁਣਨ ਵੇਲੇ ਕਿਸੇ ਦਾ ਲਿਹਾਜ਼ ਨਾ ਹੋਵੇ, ਸਿੱਧੀ ਸਪਸ਼ਟ ਗੱਲ ਜੋ ਦਿਲ ਵਿੱਚ ਹੋਵੇ ਆਖੀ ਜਾਵੇ। ਪਰ ਜਦ ਇੱਕ ਵਾਰੀ ਪੰਥ ਦੇ ਮੁਖੀ ਚੁਣੇ ਜਾਣ, ਫਿਰ ਭਾਵੇਂ ਉਹ ਮਿੱਟੀ ਦਾ ਮਾਧੋ ਵੀ ਹੋਣ, ਜਦ ਤੀਕਰ ਉਹਨਾਂ ਦਾ ਸਰੀਰ ਹੈ ਤੇ ਗੁਰੂ ਦੀ ਰਹਿਤ ਵਿੱਚ ਪਰਪੱਕ ਹਨ, ਉਹਨਾਂ ਦੀ ਆਗਿਆ ਮੰਨੀ ਜਾਵੇ। ਇਹ ਨਾ ਹੋਵੇ ਕਿ ਅੱਜ ਟੀਸੀ ਚਾੜ ਦਿੱਤਾ ਤੇ ਕੱਲ੍ਹ ਸਿਰ ਤੇ ਭਾਰ ਹੇਠਾਂ ਮਾਰਿਆ। ਇਹ ਬਚਨ ਸੁਣ ਅਕਾਲੀ ਸਿੰਘਾਂ ਦੀ ਨਿਸ਼ਾ ਹੋ ਗਈ ਤੇ ਉਹ ਕੁਝ ਚਿਰ ਹੋਰ ਸਤਸੰਗ ਦੇ ਲਾਭ ਲੈ ਕੇ ਵਿਦਾ ਹੋਏ। ਇੱਕ ਵੇਰਾ ਭਾਈ ਕੁੰਦਨ ਸਿੰਘ ਨੇ ਭਾਣਜੇ ਨਗੀਨਾ ਸਿੰਘ ਦੇ ਪੁੱਤਰ ਦੀਦਾਰ ਸਿੰਘ ਦਾ ਆਨੰਦ ਕਾਰਜ ਸੀ। ਸੰਤ ਅਤਰ ਸਿੰਘ ਜੀ ਮਹਾਰਾਜ ਜੀ ਵੀ ਇਸ ਸਮੇਂ ਇੱਥੇ ਪੁੱਜੇ ਸਨ। ਸੰਤਾਂ ਤੋਂ ਬਿਨਾਂ ਸ਼੍ਰੋਮਣੀ ਅਕਾਲੀ ਦਲ ਦੇ 25 ਲੀਡਰਾਂ ਤੇ ਹੋਰ ਲਗਭਗ 100 ਦੇ ਕਰੀਬ ਸਿੰਘਾਂ ਨੇ ਇਸ ਵਿੱਚ ਸ਼ਮੂਲੀਅਤ ਕੀਤੀ। ਸਰਦਾਰਾਂ ਵੱਲੋਂ ਬੇਨਤੀ ਸੀ ਕਿ ਪਿੰਡ ਵਿੱਚ 3 ਦਿਨ ਆਪਣੇ ਘਰ ਕੋਈ ਅੱਗ ਨਾ ਬਾਲੇ ਤੇ ਪ੍ਰਸ਼ਾਦ ਪਾਣੀ ਇਹਨਾਂ ਕੋਲੋਂ ਹੀ ਛਕੇ। ਬਹੁਤ ਹੀ ਸੋਹਣਾ ਪ੍ਰਬੰਧ ਸੀ। ਤਰ੍ਹਾਂ ਤਰ੍ਹਾਂ ਦੇ ਖਾਣੇ ਤਿਆਰ ਕੀਤੇ ਗਏ ਤੇ ਥਾਂ ਥਾਂ ਸੇਵਾ ਲਈ ਸੇਵਾਦਾਰ ਲਾਏ ਗਏ। ਅਖੰਡ ਪਾਠ ਦੇ ਭੋਗ ਪਿੱਛੋਂ ਆਸਾ ਦੀ ਵਾਰ ਦਾ ਕੀਰਤਨ ਹੋਇਆ। ਇਸ ਸਮੇਂ 100 ਸਾਲ ਦੇ ਇੱਕ ਬਿਰਧ ਨੇ ਉੱਠ ਕੇ ਸੰਤ ਜੀ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਇਹੋ ਜਿਹਾ ਮੈਂ ਵਿਆਹ ਅੱਗੇ ਨਹੀਂ ਵੇਖਿਆ। ਆਪ ਦੇ ਦਰਸ਼ਨ ਹੋਏ ਤੇ ਵੰਨ ਸਵੰਨੇ ਪਦਾਰਥ ਛਕੇ, ਪਰ ਇੱਕ ਮਹਾਨ ਪਾਪ ਹੋਇਆ ਹੈ। ਇੱਕ ਹੀ ਰਾਤ ਵਿੱਚ 25 ਬੱਕਰੇ ਝਟਕਾਏ ਗਏ। ਸਾਰੀ ਰਾਤ ਮਾਸ ਵੀ ਪੱਕਦਾ ਤੇ ਵਰਤਦਾ ਰਿਹਾ। ਸੰਤ ਜੀ ਇਹ ਸੁਣ ਕੇ ਹੈਰਾਨ ਹੋ ਗਏ ਤੇ ਬਚਨ ਕੀਤਾ ਕਿ ਦੀਵਾਨ ਸਮਾਪਤ ਕਰ ਦਿਓ। 5 ਪੌੜੀਆਂ ਆਨੰਦ ਸਾਹਿਬ ਦੀਆਂ ਪਾਠ ਕਰਕੇ ਦੇਗ ਵਰਤਾ ਦਿਓ। ਜੋ ਪ੍ਰਸ਼ਾਦ ਮਹਾਰਾਜ ਦੀ ਤਾਬਿਆ ਵਿੱਚ ਰੱਖਿਆ ਸੀ, ਸੰਤ ਜੀ ਲੈ ਕੇ ਆਪਣੇ ਸਥਾਨ ਤੇ ਬਾਗ ਵਿੱਚ ਚਲੇ ਗਏ। ਇਸ ਸਮੇਂ ਸੰਤ ਜੀ ਦੇ ਨਾਲ ਸਮੇਤ ਸੰਤ ਬਿਸ਼ਨ ਸਿੰਘ ਜੀ ਹੋਰਾਂ 25 ਸਿੰਘ ਜਥੇ ਵਿੱਚ ਸਨ। ਸੰਤ ਜੀ ਦੀ ਨਾਰਾਜ਼ਗੀ ਦੇਖ ਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ, ਜਿਨ੍ਹਾਂ ਦੇ ਲੀਡਰ ਮਾਸਟਰ ਮੋਤਾ ਸਿੰਘ ਸਨ, ਸੰਤ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਆਪ ਸਾਡੇ ਮਾਸ ਖਾਣ ਤੇ ਨਾਰਾਜ਼ ਹੋ, ਉੱਠ ਕੇ ਚਲੇ ਆਏ ਹੋ। ਸੰਤ ਜੀ ਨੇ ਕਿਹਾ ਕਿ ਸਾਡੀ ਤਾਂ ਕੋਈ ਨਾਰਾਜ਼ਗੀ ਨਹੀਂ, ਪਰ ਇਸ ਮਹਾਨ ਜੱਗ ਵਿੱਚ ਪਾਪ ਨਹੀਂ ਹੋਣਾ ਚਾਹੀਦਾ ਸੀ। ਅੱਗੋਂ ਮਾਸਟਰ ਜੀ ਨੇ ਬੇਨਤੀ ਕੀਤੀ, ਜੇਕਰ ਅਸੀਂ ਮਾਸ ਨਾ ਖਾਈਏ ਤਾਂ ਵੈਰੀ ਨਾਲ ਲੋਹਾ ਕਿਵੇਂ ਲੈ ਸਕਦੇ ਹਾਂ। ਇਸ ਉੱਪਰ ਸੰਤ ਜੀ ਨੇ ਫਰਮਾਇਆ, ਇਹ ਵਹਿਮ ਹੈ। ਤੁਸੀਂ 5 ਸਿੰਘ ਤਲਵਾਰਾਂ ਲੈ ਕੇ ਤਿਆਰ ਹੋ ਜਾਓ ਤੇ ਨਾਲ ਹੀ ਸੰਤ ਬਿਸ਼ਨ ਸਿੰਘ ਹੋਰਾਂ ਨੂੰ ਖੜਾ ਕਰ ਲਿਆ। ਇਹਨਾਂ ਨੂੰ ਆਪ ਜਾਣਦੇ ਹੋ, ਇਹ ਖੇਤੀ ਕਰਦੇ ਹਨ। ਇਹ ਸੁੱਕੀ ਰੋਟੀ ਉਹ ਵੀ ਰੱਜ ਕੇ ਨਹੀਂ ਛਕਦੇ, ਪਰ ਨਾਮ ਜਪਦੇ ਹਨ। ਇਹ ਤੁਹਾਡੀਆਂ 5 ਤਲਵਾਰਾਂ ਖੋਹ ਲੈਣਗੇ। ਸੰਤ ਜੀ ਦਾ ਹੁਕਮ ਸੁਣ ਕੇ ਸੰਤ ਬਿਸ਼ਨ ਸਿੰਘ ਜੀ ਖਲੋ ਗਏ। ਉਹਨਾਂ ਦੇ ਚਿਹਰੇ ਤੇ ਐਸੀ ਲਾਲੀ ਚਮਕਣ ਲੱਗੀ ਜਿਹੜੀ ਝੱਲੀ ਨਹੀਂ ਸੀ ਜਾ ਰਹੀ। ਇਹ ਵੇਖ ਕੇ ਅਕਾਲੀ ਲੀਡਰ ਚਰਨਾਂ ਤੇ ਢਹਿ ਪਏ ਅਤੇ ਖਿਮਾ ਮੰਗੀ। ਇਸ ਸਮੇਂ ਸਰਦਾਰ ਕੁੰਦਨ ਸਿੰਘ ਨੂੰ 1 ਲੱਖ ਜਪਜੀ ਸਾਹਿਬ ਦਾ ਪਾਠ ਤੇ ਸਰਦਾਰ ਨਗੀਨਾ ਸਿੰਘ ਨੂੰ 1.25 ਲੱਖ ਮੂਲ ਮੰਤਰ ਦਾ ਪਾਠ ਕਰਨ ਦਾ ਦੰਡ ਲਾਇਆ। ਇੱਕ ਦਿਨ ਸ਼ਾਮ ਦੇ ਵੇਲੇ ਬਾਬਾ ਸਾਵਣ ਸਿੰਘ, ਜਿਨ੍ਹਾਂ ਦਾ ਨਾਮ ਨਗਰਾਂ ਵਿੱਚ ਬਾਬਾ ਰੱਬ ਪੈ ਗਿਆ ਸੀ, ਸੰਤ ਜੀ ਮਹਾਰਾਜ ਦੇ ਦਰਸ਼ਨ ਲਈ ਆਏ। ਇਹ ਸੱਜਣ ਬਾਲ ਜਤੀ ਸਨ ਤੇ 20 ਕੁ ਸਾਲਾਂ ਤੋਂ ਗੁਰੂ ਕੇ ਲੰਗਰ ਦੇ ਚੋਲੇ ਦੀ ਸੇਵਾ ਵਿੱਚ ਡਟੇ ਹੋਏ ਸਨ। ਇਹ ਗੁਰਸਾਗਰ ਸਾਹਿਬ ਮਸਤੂਆਣੇ ਤੋਂ ਬਾਹਰ ਇੱਕ ਛੱਪਰੀ ਵਿੱਚ ਵਿਰਕਤ ਰਹਿੰਦੇ। ਇੱਕ ਸਲੰਗ 1.25 ਮਣ ਪੱਕੇ ਦਾ ਝੋਲਾ, ਤੌੜਾ, ਮਿੱਟੀ ਦਾ ਪਿਆਲਾ ਤੇ ਕੁੰਡੀ ਇਹਨਾਂ ਦੀ ਜਾਇਦਾਦ ਸੀ। ਗੁਰਦੁਆਰੇ ਸਾਹਿਬ ਦੇ ਖਜ਼ਾਨੇ ਤੋਂ ਕੋਈ ਮੰਗ ਨਹੀਂ ਸੀ ਕਰਦੇ।
ਆਪਣੀ ਕਿਰਿਆ ਸੁੱਤੇ ਸਿੱਧ ਹੀ ਕਰਤਾਰ ਦੇ ਆਸਰੇ ਤੋਰਦੇ ਅਤੇ ਕਦੀ ਰੋਜ਼ ਕਦੀ ਦੂਜੇ ਦਿਨ 1.25 ਮਣ ਪੱਕਾ ਆਟਾ ਲੰਗਰ ਵਿੱਚ ਹਾਜ਼ਰ ਕਰਦੇ। ਮੋਢੇ 'ਤੇ ਸਲੰਗ ਅਤੇ ਉਸ 'ਤੇ ਝੋਲਾ ਲਟਕਾ ਜਿੱਧਰ ਜਾਂਦੇ ਮਾਈ ਭਾਈ ਹੱਥੀਂ ਛਾਵਾਂ ਕਰਦੇ। ਕੁਝ ਚਿਰ ਬਾਬਾ ਜੀ ਸੰਤ ਜੀ ਮਹਾਰਾਜ ਦੇ ਪਾਸ ਬੈਠੇ ਦਰਸ਼ਨ ਕਰਦੇ ਰਹੇ। ਫਿਰ ਹੱਥ ਵਿੱਚ ਹੱਥ ਜੋੜ ਬੇਨਤੀ ਕੀਤੀ, ਸੱਚੇ ਪਾਤਸ਼ਾਹ ਬਿਰਧ ਹੋ ਗਏ ਹਾਂ, ਸੇਵਾ ਤੋਂ ਛੁੱਟੀ ਬਖਸ਼ੋ। ਸੰਤ ਜੀ ਮਹਾਰਾਜ ਨੇ ਹੱਸ ਕੇ ਆਖਿਆ, ਗੁਰਮੁਖ ਬੁੱਢੇ ਕਦੀ ਨਹੀਂ ਹੁੰਦੇ, ਤੁਸੀਂ ਤਕੜੇ ਹੋਵੋ, ਸੇਵਾ ਨਹੀਂ ਛੱਡਣੀ। ਇਹ ਹੁਕਮ ਸੁਣ ਬਾਬਾ ਸਾਵਣ ਸਿੰਘ ਨੇ ਸਿਰ ਨਿਵਾਇਆ ਤੇ ਆਖਿਆ, ਸਤ ਬਚਨ। ਫਿਰ ਸੰਤ ਜੀ ਮਹਾਰਾਜ ਨੇ ਹੱਸ ਕੇ ਬਾਬਾ ਸਾਵਣ ਸਿੰਘ ਨੂੰ ਆਖਿਆ, ਦੇਖੋ ਭਾਈ ਸਾਵਣ ਸਿੰਘ ਜੀ, ਅਸੀਂ ਤੇਜਾ ਸਿੰਘ ਨੂੰ ਬਿਰਕਤ ਬਣਾ ਲਿਆ ਹੈ। ਇਹ ਸੁਣ ਭਾਈ ਸਾਵਣ ਸਿੰਘ ਜੀ ਬੜੇ ਹੀ ਪ੍ਰਸੰਨ ਹੋਏ ਤੇ ਦਾਸ ਵੱਲ ਪੂਰੇ ਪ੍ਰੇਮ ਤੇ ਫਕੀਰ ਦੀ ਅਸੀਸ ਭਰੀ ਨਿਗਾਹ ਨਾਲ ਦੇਖਿਆ। ਦਮਦਮੇ ਸਾਹਿਬ ਦੇ ਲੰਗਰ ਦੇ ਪ੍ਰਬੰਧ ਦਾ ਸੰਤ ਜੀ ਮਹਾਰਾਜ ਨੂੰ ਖਾਸ ਖਿਆਲ ਸੀ। ਇਸ ਦਾ ਪੂਰਾ ਕਰਨ ਹਿੱਤ ਸੰਤ ਭਾਈ ਗੁਲਾਬ ਸਿੰਘ ਨੂੰ ਦਮਦਮੇ ਸਾਹਿਬ ਤੋਂ ਸੱਦਿਆ ਗਿਆ। ਸਰਦਾਰ ਧਰਮ ਸਿੰਘ ਵੀ ਸੰਤ ਜੀ ਮਹਾਰਾਜ ਦਾ ਹੁਕਮ ਮੰਨ ਰਾਮਨਗਰ ਸੀਵੀਆਂ ਆ ਪੁੱਜੇ। 50,000 ਰੁਪਏ ਦੀ ਜ਼ਮੀਨ ਲੈਣ ਦਾ ਗੁਰਮਤਾ ਪੱਕਾ ਹੋ ਗਿਆ ਅਤੇ ਸੰਤ ਗੁਲਾਬ ਸਿੰਘ ਨੂੰ ਹੁਕਮ ਮਿਲਿਆ ਕਿ ਉਸ ਚੰਗੀ ਜ਼ਮੀਨ ਦੇਖ ਲੈਣ ਅਤੇ ਸਰਦਾਰ ਧਰਮ ਸਿੰਘ ਪਾਸ ਜੋ ਦਮੜਾ ਜਮ੍ਹਾਂ ਹੈ ਉਸ ਦੇ ਨਾਲ ਜ਼ਮੀਨ ਖਰੀਦ ਲੈਣ। ਭਾਈ ਗੁਰਬਖਸ਼ ਸਿੰਘ, ਜਿਹੜੇ ਕਿ ਬਾਲੇਵਾਲ ਸੰਤ ਜੀ ਮਹਾਰਾਜ ਦੀ ਸੇਵਾ ਵਾਸਤੇ ਹਾਜ਼ਰ ਹੋਏ ਸਨ, ਬੜੇ ਪ੍ਰੇਮ ਅਤੇ ਨਿਸ਼ਕਾਮਤਾ ਨਾਲ ਸੰਤ ਜੀ ਮਹਾਰਾਜ ਦੀ ਚਰਨ ਦੀਆਂ ਪੱਟੀਆਂ ਸਾਬਣ ਨਾਲ ਧੋ ਕੇ ਨਿਤਨੇਮ ਨਾਲ ਸਾਫ਼ ਕਰਦੇ। ਸਾਰਾ ਦਿਨ ਇਸੇ ਲਗਨ ਵਿੱਚ ਲੱਗੇ ਰਹਿੰਦੇ। ਇਸ ਇੱਕ ਰਸ ਸੇਵਾ ਦਾ ਉਹਨਾਂ ਨੂੰ ਇਹ ਫਲ ਮਿਲਿਆ ਕਿ ਉਹ ਮਸਤੀ ਵਿੱਚ ਆਪਣੇ ਆਪ ਤੋਂ ਬਾਹਰ ਹੋ ਗਏ, ਕੱਪੜੇ ਫਾੜ ਜੰਗਲਾਂ ਵਿੱਚ ਨਿਕਲ ਜਾਂਦੇ ਅਤੇ ਸੰਗਤ ਦੇ ਸਰੀਰ ਪ੍ਰੇਮ ਨਾਲ ਉਹਨਾਂ ਨੂੰ ਮੋੜ ਕੇ ਲਿਆਂਦੇ। ਇਹਨਾਂ ਦਿਨਾਂ ਵਿੱਚ ਸੰਤ ਜੀ ਮਹਾਰਾਜ ਨੇ ਉਪਦੇਸ਼ ਦਾ ਖਜ਼ਾਨਾ ਖੋਲ੍ਹ ਦਿੱਤਾ। ਕਈ ਵਾਰੀ ਠੋਕਰ ਮਾਰ ਕੇ ਪ੍ਰਸ਼ਨ ਕਰਨ ਦਾ ਹੁਕਮ ਦਿੰਦੇ ਅਤੇ ਆਖਦੇ, ਭਾਈ ਜੋ ਕੁਝ ਪੁੱਛਣਾ ਹੈ ਪੁੱਛ ਲਓ, ਸਾਰੇ ਸ਼ੰਕੇ ਮਿਟਾ ਲਵੋ। ਫਿਰ ਪਿੱਛੋਂ ਕੋਈ ਇਹ ਨਾ ਆਖੇ ਕਿ ਕਿਹਦੇ ਪਾਸ ਰਹੇ ਸਨ, ਕਿਸੇ ਗੱਲ ਦਾ ਚੱਜ ਵੀ ਨਹੀਂ ਸਿਖਾਇਆ। ਗਿਆਨ ਚਰਚਾ ਵਿੱਚ ਕਈ ਅਦੁੱਤੀਆਂ ਸਾਖੀਆਂ ਸੁਣਾਉਂਦੇ। ਇਹਨਾਂ ਦਿਨਾਂ ਵਿੱਚ ਰਾਗ ਸਿੱਖਣ ਦਾ ਉਪਦੇਸ਼ ਵੀ ਕਰਦੇ। ਕਈ ਵਾਰ ਮੌਜ ਵਿੱਚ ਆ ਕੇ ਆਪ ਰਾਗ ਅਲਾਪਦੇ ਤੇ ਸੰਗਤ ਦੇ ਸਰੀਰਾਂ ਨੂੰ ਮਗਰ ਲੱਗਣ ਲਈ ਆਖਦੇ। ਜਗਿਆਸੂ ਦੀ ਆਦਿ ਤੋਂ ਹੀ ਪ੍ਰੀਖਿਆ ਤੁਰੀ ਆਈ ਹੈ। ਨਾਲ ਦੇ ਸਾਥੀ ਸਦਾ ਹੀ ਮਨ ਬਚਨ ਕਰਮ ਦੁਆਰਾ ਠੋਕਰਾਂ ਮਾਰਦੇ ਰਹਿੰਦੇ ਹਨ। ਇਸ ਪ੍ਰੀਖਿਆ ਦੀ ਕਸੌਟੀ ਦੇ ਰਾਮਨਗਰ ਸੀਵਿਆਂ ਵਿੱਚ ਕੁਝ ਭੈੜੀ ਜਿਹੀ ਸ਼ਕਲ ਫੜ ਲਈ। ਦਾਸ ਨੇ ਇੱਕ ਦਿਨ ਅੰਮ੍ਰਿਤ ਵੇਲੇ ਸੰਤ ਜੀ ਮਹਾਰਾਜ ਅੱਗੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਕਾਂਤ ਸਿਮਰਨ ਦੀ ਆਗਿਆ ਬਖਸ਼ੋ। ਅੰਤਰਜਾਮੀ ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ ਸੰਗਤ ਦੇ ਬਚਨ ਕੁਬਚਨ ਸਹਾਰ ਕੇ ਨਾਲ ਨਾਲ ਮਨ ਦੀ ਪ੍ਰੀਖਿਆ ਹੁੰਦੀ ਰਹਿੰਦੀ ਹੈ। ਇੱਕ ਦਿਨ ਇਸੇ ਪ੍ਰਥਾਏ ਇੱਕ ਖਾਸ ਰੰਗ ਵਿੱਚ ਆ ਕੇ ਆਖਿਆ, ਭਾਈ ਤੇਜਾ ਸਿੰਘ, ਤੁਸੀਂ ਬੜੇ ਇਮਤਿਹਾਨ ਪਾਸ ਕੀਤੇ ਹਨ, ਪਰ ਬ੍ਰਹਮ ਵਿਦਿਆ ਦਾ ਇਮਤਿਹਾਨ ਉਸ ਦਿਨ ਪਾਸ ਹੁੰਦਾ ਹੈ ਜਦ ਪਿੱਛੋਂ ਆ ਕੇ ਕੋਈ ਇਸ ਨੂੰ ਲੱਤ ਮਾਰੇ ਤੇ ਇਹ ਉੱਧਰ ਧਿਆਨ ਵੀ ਨਾ ਕਰੇ, ਜਾਂ ਕੋਈ ਸਾਹਮਣੇ ਆ ਕੇ ਆਖੇ ਤੂੰ ਬੜਾ ਕੰਜਰ ਹੈ, ਹੱਥ ਜੋੜ ਕੇ ਆਖੇ ਬੜੀ ਕਿਰਪਾ ਕੀਤੀ, ਦੱਸ ਦਿੱਤਾ। ਕਥਾ ਕੀਰਤਨ ਕਰਦੇ ਕਰਦੇ ਯੋਗ ਵਿਸ਼ਿਸ਼ਟ ਦਾ ਭੋਗ ਨੇੜੇ ਆ ਗਿਆ। ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ ਸਾਰੀ ਯੋਗ ਵਿਸ਼ਿਸ਼ਟ ਇਸ ਇੱਕ ਗੱਲ ਵਿੱਚ ਹੀ ਪੂਰੀ ਹੋ ਜਾਂਦੀ ਹੈ, ਗੁਰਸਾਖੀ ਜੋਤ ਪ੍ਰਗਟ ਹੋਏ। ਫਿਰ ਦਾਸ ਵੱਲ ਕਿਰਪਾ ਦ੍ਰਿਸ਼ਟੀ ਨਾਲ ਵੇਖ ਕੇ ਸ਼ਬਦ ਦੀ ਇਹ ਤੁਕ ਉਚਾਰੀ, ਗੁਰਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ। ਸਵੇਰੇ ਸ਼ਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਤੇ ਸੁਖਾਸਨ ਦੀ ਸੇਵਾ ਦਾਸ ਦੀ ਲੱਗੀ ਹੋਈ ਸੀ। ਇੱਕ ਦਿਨ ਸ਼ਾਮ ਦੇ ਦੀਵਾਨ ਦੇ ਮਗਰੋਂ ਸਾਰੀ ਸੰਗਤ ਸੀਵਿਆਂ ਪ੍ਰਸ਼ਾਦ ਛਕਣ ਲਈ ਗਈ। ਭਾਈ ਖੁਸ਼ਹਾਲ ਸਿੰਘ ਸੰਤ ਜੀ ਮਹਾਰਾਜ ਦੀ ਅਰਦਲ ਵਿੱਚ ਬੈਠੇ ਰਹੇ। ਦਾਸ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਖਾਸਨ ਕਰ ਰਿਹਾ ਸੀ। ਸੰਤ ਜੀ ਮਹਾਰਾਜ ਮੌਜ ਵਿੱਚ ਆਏ ਤੇ ਭਾਈ ਖੁਸ਼ਹਾਲ ਸਿੰਘ ਨੂੰ ਕਹਿਣ ਲੱਗੇ ਕਿ ਇਹ ਕਾਨੜੇ ਦਾ ਵਕਤ ਹੈ, ਅਸੀਂ ਅਲਾਪ ਕਰਦੇ ਹਾਂ, ਪਿੱਛੇ ਤੂੰ ਕਰੀ। ਇਹ ਕਹਿ ਕੇ ਸੰਤ ਜੀ ਮਹਾਰਾਜ ਨੇ ਨੂੰ ਬੜੀ ਪ੍ਰੇਮ ਭਰੀ ਅਤੇ ਮਧੁਰ ਧੁਨ ਵਿੱਚ ਕਾਨੜਾ ਅਲਾਪਿਆ। ਫਿਰ ਆਖਿਆ, ਅੱਛਾ ਭਾਈ ਖੁਸ਼ਹਾਲ ਸਿੰਘ, ਹੁਣ ਤੁਸੀਂ ਅਲਾਪੋ। ਭਾਈ ਖੁਸ਼ਹਾਲ ਸਿੰਘ ਨੇ ਯਤਨ ਕੀਤਾ ਪਰ ਪੂਰਾ ਨਾ ਉਤਰਿਆ। ਦਾਸ ਨੇ ਹੱਥ ਤਾਂ ਸੱਚੇ ਪਾਤਸ਼ਾਹ ਜੀ ਦੀ ਸੇਵਾ ਵਿੱਚ ਲੱਗੇ ਹੋਏ ਸਨ, ਪਰ ਚਿੱਤ ਦੁਆਰਾ ਕਾਨੜਾ ਦੇ ਅਲਾਪ ਦਾ ਸਾਧਨ ਕਰਦਾ ਰਿਹਾ। ਜਦ ਬਾਹਰ ਨਿਕਲਿਆ ਤਾਂ ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ ਤੇਜਾ ਸਿੰਘ, ਤੁਸੀਂ ਕਾਨੜਾ ਅਲਾਪੋ। ਦਾਸ ਨੇ ਯਤਨ ਕੀਤਾ, ਕੁਝ ਸੂਤ ਬੈਠ ਗਿਆ। ਸੰਤ ਜੀ ਮਹਾਰਾਜ ਹੱਸ ਪਏ ਤੇ ਆਖਿਆ, ਭਾਈ ਤੂੰ ਪਾਸ। ਹੁਣ ਮਾਘੀ ਤੋਂ 2-4 ਦਿਨ ਪਿੱਛੋਂ ਸਰਦਾਰ ਗੋਵਿੰਦਰ ਸਿੰਘ ਜੀ ਸੰਗਰੂਰ ਤੋਂ ਮੋਟਰ ਲੈ ਕੇ ਆ ਹਾਜ਼ਰ ਹੋਏ ਅਤੇ ਸੰਤਾਂ ਨੂੰ ਆਪਣੇ ਨਾਲ ਲਿਜਾਣ ਲਈ ਬੇਨਤੀ ਕੀਤੀ।
ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ ਤੁਹਾਡਾ ਪ੍ਰੇਮ ਲੈਣ ਲਈ ਅਸੀਂ ਤਿਆਰ ਹਾਂ, ਪਰ ਸਾਨੂੰ ਆਪਰੇਸ਼ਨ ਦੀ ਕੋਈ ਲੋੜ ਨਹੀਂ। ਅਸੀਂ ਅਰੋਗ ਹਾਂ। ਇਹ ਸਰੀਰ ਦੀ ਖੇਡ ਅਕਾਲ ਪੁਰਖ ਦੀ ਰਜਾ ਵਿੱਚ ਵਰਤ ਰਹੀ ਹੈ। ਅਸੀਂ ਇਸ ਤੋਂ ਪਰੇ ਹਾਂ। ਇਹ ਬਚਨ ਬਿਲਾਸ ਕਰਕੇ ਸੰਤ ਜੀ ਮਹਾਰਾਜ ਸਰਦਾਰ ਗੋਬਿੰਦਰ ਸਿੰਘ ਦੇ ਨਾਲ ਸੰਗਰੂਰ ਉਹਨਾਂ ਦੇ ਘਰ ਆ ਗਏ। 2-4 ਦਿਨ ਉੱਥੇ ਆਰਾਮ ਕੀਤਾ ਅਤੇ ਕਿਸੇ ਨੂੰ ਵੀ ਆਪਰੇਸ਼ਨ ਵਾਸਤੇ ਆਖਣ ਦਾ ਹੀਆ ਨਾ ਪਿਆ। ਫਿਰ ਡਾਕਟਰ ਅਤੇ ਜੀਂਦ ਦਾ ਚੀਫ ਮਿਨਿਸਟਰ ਢੀਂਗਰਾ ਬੜਾ ਜ਼ੋਰ ਪਾਉਣ ਲੱਗੇ ਕਿ ਆਪਰੇਸ਼ਨ ਜ਼ਰੂਰ ਕਰਨਾ ਚਾਹੀਦਾ ਹੈ। ਸੰਤ ਜੀ ਮਹਾਰਾਜ ਦੇ ਸੇਵਕ ਅਤੇ ਗੋਬਿੰਦਰ ਸਿੰਘ ਨੇ ਵੀ ਆਪਰੇਸ਼ਨ ਲਈ ਬੇਨਤੀ ਕੀਤੀ। ਸੰਤ ਜੀ ਮਹਾਰਾਜ ਨੇ ਆਖਿਆ, ਭਾਈ ਅਸੀਂ ਇੱਕ ਵਾਰੀ ਜੋ ਕਹਿ ਚੁੱਕੇ ਹਾਂ, ਅਸੀਂ ਅਰੋਗ ਹਾਂ, ਸਾਨੂੰ ਆਪਰੇਸ਼ਨ ਦੀ ਕੋਈ ਲੋੜ ਨਹੀਂ। ਪਰ ਗੁਰੂ ਮਹਾਰਾਜ ਦਾ ਹੁਕਮ ਹੈ, ਮਾਇਆ ਧਾਰੀ ਅਤ ਅੰਨਾ ਬੋਲਾ। ਇਹ ਪ੍ਰੇਮੀ ਸੰਤ ਜੀ ਮਹਾਰਾਜ ਦੀ ਰਮਜ ਨੂੰ ਨਾ ਸਮਝ ਸਕੇ ਅਤੇ ਨਾਲ ਦੇ ਸੇਵਕ ਵੀ ਮਾਇਆਧਾਰੀ ਦੇ ਲਿਹਾਜ਼ ਵਿੱਚ ਲਪੇਟੇ ਗਏ। ਕਿਸੇ ਨੇ ਸੰਤ ਜੀ ਮਹਾਰਾਜ ਦੇ ਬਚਨ ਦੀ ਕੀਮਤ ਨਾ ਜਾਣੀ। ਦੂਜੇ ਹੀ ਦਿਨ ਡਾਕਟਰ ਆਪਣਾ ਚੀਰ ਫਾੜ ਦਾ ਸਾਰਾ ਸਮਾਨ ਲੈ ਕੇ ਆ ਗਿਆ। ਸੇਵਕਾਂ ਨੇ ਵੀ ਨਾ ਮੋੜਿਆ ਅਤੇ ਮਹਾਂਪੁਰਸ਼ਾਂ ਦੀ ਮਰਜ਼ੀ ਦੇ ਵਿਰੁੱਧ ਆਪਰੇਸ਼ਨ ਦੀ ਤਿਆਰੀ ਸ਼ੁਰੂ ਹੋ ਗਈ। ਹੁਣ ਡਾਕਟਰ ਸੰਤ ਜੀ ਮਹਾਰਾਜ ਨੂੰ ਪੁੱਛਣ ਲੱਗਾ ਕਿ ਤੁਹਾਨੂੰ ਕਲੋਰੋਫੋਮ ਸੁੰਘਾਈਏ। ਸੰਤ ਜੀ ਮਹਾਰਾਜ ਨੇ ਫਰਮਾਇਆ, ਜੇ ਤੁਸਾਂ ਨਹੀਂ ਮੁੜਨਾ ਅਤੇ ਜ਼ਰੂਰ ਹੀ ਇਹ ਖੇਡ ਖੇਡਣੀ ਹੈ ਤਾਂ ਸਰੀਰ ਹਾਜ਼ਰ ਹੈ, ਜਿਸ ਤਰ੍ਹਾਂ ਮਰਜ਼ੀ ਹੈ ਕਰੀ ਜਾਓ, ਸਾਨੂੰ ਕਲੋਰੋਫੋਮ ਦੀ ਕੋਈ ਲੋੜ ਨਹੀਂ। ਸੇਵਕਾਂ ਨੂੰ ਸੰਤ ਜੀ ਮਹਾਰਾਜ ਨੇ ਬੜੇ ਜ਼ੋਰਦਾਰ ਲਫ਼ਜ਼ਾਂ ਵਿੱਚ ਆਖਿਆ ਕਿ ਉਹ ਆਪਰੇਸ਼ਨ ਨਾ ਹੋਣ ਦੇਣ। ਦੇਹ ਨੂੰ ਆਕਾਰ ਕੋਣਾ ਠੀਕ ਨਹੀਂ। ਪਰ ਇਹ ਸਾਰੇ ਪ੍ਰੇਮੀ ਮਾਇਆ ਦੇ ਅਸਰ ਹੇਠਾਂ ਆ ਗਏ। ਬਿੱਟ ਇੱਕ ਦੂਜੇ ਦੇ ਮੂੰਹ ਵੱਲ ਦੇਖੀ ਗਏ ਅਤੇ ਮਹਾਂਪੁਰਖਾਂ ਦਾ ਬਚਨ ਨਾ ਮੰਨਿਆ। ਨਸ਼ਤਰਾਂ ਦੀ ਖੇਡ ਸ਼ੁਰੂ ਹੋ ਗਈ। ਸੰਤ ਜੀ ਮਹਾਰਾਜ ਅਡੋਲ ਆਪਣੇ ਰੰਗ ਵਿੱਚ ਮਸਤ ਪਏ ਰਹੇ। ਜਦ ਆਪਰੇਸ਼ਨ ਹੋ ਚੁੱਕਾ ਤਦ ਸੰਤ ਜੀ ਮਹਾਰਾਜ ਨੇ ਸੇਵਕਾਂ ਨੂੰ ਫਰਮਾਇਆ ਕਿ ਅਸੀਂ ਹੁਣ ਅੰਤਰ ਧਿਆਨ ਹੋਣ ਲੱਗੇ ਹਾਂ। ਤੁਸਾਂ ਕਿਸੇ ਨੂੰ ਸਾਨੂੰ ਖਵਾਉਣ ਪਿਆਉਣ ਲਈ ਨਾ ਛੇੜਨਾ। ਅਸੀਂ ਆਪਣੀ ਮੌਜ ਵਿੱਚ ਮਸਤ ਰਹਾਂਗੇ ਅਤੇ ਜੋ ਕਰਤਾਰ ਦਾ ਹੁਕਮ ਹੈ ਸਹਿਜ ਸੁਭਾਏ ਆਪਣੇ ਸਮੇਂ ਸਿਰ ਵਰਤ ਜਾਏਗਾ। ਜ਼ਬਾਨੀ ਬੇਬੇ ਰਤਨ ਕੌਰ ਜੀ ਅਤੇ ਭਾਈ ਰਾਮ ਸਿੰਘ ਜੀ ਗੜਵਈ ਜਦ ਆਪਰੇਸ਼ਨ ਦੀ ਖਬਰ ਸੰਤ ਭਾਈ ਗੁਲਾਬ ਸਿੰਘ ਨੂੰ ਗੁਰੂ ਕਾਸ਼ੀ ਦਮਦਮਾ ਸਾਹਿਬ ਪੁੱਜੀ ਤਦ ਇਹ ਵਾਹੋ ਦਾਹੀ ਸੰਗਰੂਰ ਅੱਪੜੇ। ਅੱਗੇ ਸੰਤ ਜੀ ਮਹਾਰਾਜ ਆਪਣੇ ਆਪ ਨੂੰ ਸੰਕੋਚ ਕੇ ਮੌਜ ਵਿੱਚ ਪਏ ਸਨ ਤੇ ਕਿਸੇ ਨਾਲ ਗੱਲ ਨਹੀਂ ਸੀ ਕਰਦੇ। ਸੰਤ ਭਾਈ ਗੁਲਾਬ ਸਿੰਘ ਮੱਥਾ ਟੇਕ ਇੱਕ ਟੰਗ ਤੇ ਖੜੇ ਹੋ ਗਏ ਅਤੇ ਚੁਪੀਤੇ ਅਰਦਾਸ ਵਿੱਚ ਜੁਟ ਗਏ। 10 ਕੁ ਮਿੰਟ ਮਗਰੋਂ ਸੰਤ ਜੀ ਮਹਾਰਾਜ ਨੇ ਨੇਤਰ ਖੋਲ੍ਹੇ ਅਤੇ ਭਾਈ ਗੁਲਾਬ ਸਿੰਘ ਜੀ ਨੂੰ ਫਰਮਾਇਆ, ਜੋ ਹੋਣਾ ਸੀ ਉਹ ਹੋ ਗਿਆ ਹੈ, ਤੁਸੀਂ ਦਮਦਮਾ ਸਾਹਿਬ ਜਾ ਕੇ ਸੇਵਾ ਕਰੋ। ਹੁਕਮ ਮੰਨ ਭਾਈ ਗੁਲਾਬ ਸਿੰਘ ਉਸੇ ਵੇਲੇ ਵਾਪਸ ਮੁੜ ਗਏ। ਆਪਰੇਸ਼ਨ ਤੋਂ ਇੱਕ ਦਿਨ ਪਹਿਲਾਂ ਸੰਤ ਜੀ ਮਹਾਰਾਜ ਦਾ ਇੱਕ ਸਹਿਜਧਾਰੀ ਪ੍ਰੇਮੀ, ਜਿਹੜਾ ਕਿ ਜੰਮੂ ਰਾਏ ਬਹਾਦਰ ਮੱਖਣ ਨਾਲ ਚੀਫ ਇੰਜੀਨੀਅਰ ਹੇਠਾਂ ਠੇਕੇਦਾਰ ਸੀ, ਸੰਤ ਜੀ ਮਹਾਰਾਜ ਨੂੰ ਸੰਗਰੂਰ ਮਿਲਣ ਆਇਆ। ਪ੍ਰੇਮ ਦੇ ਬਚਨ ਬਿਲਾਸ ਕਰਦਿਆਂ ਸੰਤ ਜੀ ਨੇ ਫਰਮਾਇਆ, ਅਸੀਂ 7 ਦਿਨਾਂ ਨੂੰ ਸਰੀਰ ਛੱਡ ਦੇਣਾ ਹੈ, ਅੱਗੇ ਬਹੁਤ ਕੰਮ ਕਰਨਾ ਹੈ। ਜਿਸ ਵੇਲੇ ਦਾਸ ਤਾਂਦਲਿਆਂ ਵਾਲੇ ਸੀ, ਅਖਬਾਰ ਵਿੱਚ ਸੰਤ ਜੀ ਮਹਾਰਾਜ ਦੇ ਸੰਗਰੂਰ ਆਉਣ ਅਤੇ ਆਪਰੇਸ਼ਨ ਕਰਾਉਣ ਦਾ ਸਮਾਚਾਰ ਪੜ੍ਹਿਆ। ਚਿੱਤ ਵਿੱਚ ਜਿਹੜੀ ਗੱਲ ਸੰਤ ਜੀ ਮਹਾਰਾਜ ਦੇ 1.25 ਮਹੀਨੇ ਪਹਿਲੇ ਆਖੀ ਸੀ ਖੜਕ ਗਈ ਕਿ ਹੁਣ ਆਪਣਾ ਭਾਣਾ ਵਰਤਾ ਰਹੇ ਹਨ। ਦਰਸ਼ਨ ਦੀ ਖਿੱਚ ਬਹੁਤ ਸੀ, ਪਰ ਹੁਕਮ ਸੀ ਸੱਦੇ ਬਿਨਾਂ ਨਹੀਂ ਆਉਣਾ, ਆਪਣੀ ਸੇਵਾ ਵਿੱਚ ਜੁਟੇ ਰਹਿਣਾ। ਆਗਿਆ ਪਾਲਣ ਹਿੱਤ ਮਨ ਨੂੰ ਰੋਕ ਜੜ੍ਹਾਂ ਵਾਲੇ ਲਾਇਲਪੁਰ ਹੁੰਦਾ ਹੋਇਆ ਦਾਸ ਅੰਮ੍ਰਿਤਸਰ ਸਾਹਿਬ ਪੁੱਜਾ। ਇਸੇ ਸ਼ਾਮ ਭਾਈ ਚਰਨਜੀਤ ਸਿੰਘ MSc ਸੰਗਰੂਰ ਤੋਂ ਅੰਮ੍ਰਿਤਸਰ ਸਾਹਿਬ ਪੁੱਜੇ ਤੇ ਸਿੱਧਾ ਭਾਈ ਦਦਾਰ ਸਿੰਘ ਦੇ ਡੇਰੇ ਆ ਗਏ। ਦਾਸ ਨੂੰ ਬੜੇ ਪ੍ਰੇਮ ਨਾਲ ਮਿਲੇ। ਸੰਤ ਜੀ ਮਹਾਰਾਜ ਦੇ ਆਪਰੇਸ਼ਨ ਦੀ ਖਬਰ ਸੁਣਾਈ ਅਤੇ ਦੱਸਿਆ ਕਿ ਸਾਨੂੰ ਅੰਦਰ ਜਾਣ ਦਾ ਹੁਕਮ ਬੰਦ ਕਰ ਦਿੱਤਾ ਸੀ, ਇਸ ਲਈ ਸਿਵਾਏ 4 ਆਦਮੀਆਂ ਦੇ ਕੋਈ ਕਿਧਰੇ ਚਲਾ ਗਿਆ, ਕੋਈ ਕਿਧਰੇ। ਮੈਂ ਇੱਥੇ ਆ ਪੁੱਜਾ ਹਾਂ, ਕੁਦਰਤੀ ਤੁਹਾਡਾ ਮੇਲ ਹੋ ਗਿਆ। ਤੁਸੀਂ ਸੰਗਰੂਰ ਜਾਓ ਅਤੇ ਸੰਤ ਜੀ ਮਹਾਰਾਜ ਦੀ ਪੂਰੀ ਖਬਰ ਮਾਲੂਮ ਕਰੋ। ਤੁਹਾਨੂੰ ਕੋਈ ਡਾਕਟਰ ਜਾਂ ਸਰਦਾਰ ਨਹੀਂ ਰੋਕ ਸਕੇਗਾ। ਇਹ ਸਾਰੀ ਵਾਰਤਾ ਸੁਣ ਕੇ ਦਾਸ ਦੇ ਹਿਰਦੇ ਵਿੱਚ ਸੰਗਰੂਰ ਜਾਣ ਦੀ ਖਿੱਚ ਤਾਂ ਬੜੀ ਹੀ ਤੀਬਰ ਹੋ ਗਈ, ਪਰ ਸੰਤ ਜੀ ਮਹਾਰਾਜ ਦੇ ਹੁਕਮ ਸਾਹਮਣੇ ਆ ਖੜਾ ਹੋਇਆ। ਦਾਸ ਨੇ ਭਾਈ ਚਰਨਜੀਤ ਸਿੰਘ ਨੂੰ ਆਖਿਆ ਕਿ ਤੁਸੀਂ ਗੁਰਬਾਣੀ ਅਤੇ ਸਿੱਖ ਇਤਿਹਾਸ ਤੋਂ ਚੰਗੀ ਤਰ੍ਹਾਂ ਜਾਣੂ ਹੋ, ਦੱਸੋ ਹੁਕਮ ਵੱਡਾ ਹੈ ਕਿ ਦਰਸ਼ਨ। ਆਖਰ ਇਹ ਗੁਰਮਤਾ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਕ ਲਿਆ ਜਾਵੇ। ਛੋਟੀ ਬੀੜ ਦੀਆਂ ਸੰਚੀਆਂ ਡੇਰੇ ਵਿੱਚ ਮੌਜੂਦ ਸਨ। ਉੱਥੋਂ ਸੰਚੀ ਲਿਆ ਭਾਈ ਚਰਨ ਸਿੰਘ ਨੇ ਖੋਲ੍ਹੀ। ਗੁਰੂ ਮਹਾਰਾਜ ਜੀ ਦੀ ਆਗਿਆ ਹੁਕਮ ਮੰਨਣ ਦੀ ਨਿਕਲੀ।
ਆਖਰ ਇਹ ਵਿਚਾਰ ਠਹਿਰੀ ਕਿ ਸੋਢੀ ਚਰਨ ਸਿੰਘ MSc ਸੰਗਰੂਰ ਜਾ ਕੇ ਸੰਤ ਜੀ ਮਹਾਰਾਜ ਦੀ ਖਬਰ ਲਿਆਉਣ ਅਤੇ ਦਾਸ ਹੁਕਮ ਦੀ ਪਾਲਣਾ ਕਰਨ ਹਿੱਤ ਅੰਮ੍ਰਿਤਸਰ ਹੀ ਠਹਿਰੇ। ਸਾਰੀ ਰਾਤ ਸੰਤ ਜੀ ਮਹਾਰਾਜ ਦੇ ਚੋਜ ਦਾ ਨਕਸ਼ਾ ਦਾਸ ਨੇ ਹਿਰਦੇ ਵਿੱਚ ਵਸਿਆ ਰਿਹਾ। 2 ਵਜੇ ਉੱਠ ਸ੍ਰੀ ਦਰਬਾਰ ਸਾਹਿਬ ਦਾ ਸੁਦਾਸਰ ਵਿੱਚ ਇਸ਼ਨਾਨ ਕੀਤਾ ਅਤੇ ਨੇਮ ਦੇ ਕੀਰਤਨ ਵਿੱਚ ਜੁੜ ਗਿਆ। ਭੋਗ ਤੋਂ 5 ਕੁ ਸਲੋਕ ਪਹਿਲਾਂ ਵੈਰਾਗ ਨੇ ਉਛਾਲ ਮਾਰਿਆ। ਨੇਤਰਾਂ ਵਿੱਚੋਂ ਜਲ ਨਾ ਥੰਮਿਆ ਗਿਆ। ਬੜੀ ਅਧੀਨਗੀ ਸਹਿਤ ਮਨ ਦੁਆਰਾ ਸੰਤ ਜੀ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਹਜੂਰ ਦੀ ਬੜੀ ਲੋੜ ਹੈ, 40 ਸਾਲ ਹੋਰ ਸਰੀਰ ਰੱਖੋ। ਉਸੇ ਵੇਲੇ ਜਵਾਬ ਮਿਲ ਗਿਆ, ਨਹੀਂ। ਫਿਰ ਅਰਜ਼ ਕੀਤੀ, ਹਜ਼ੂਰ 11 ਸਾਲ ਜ਼ਰੂਰ ਦਰਸ਼ਨ ਦਿਓ। ਉੱਤਰ ਆਇਆ, ਨਹੀਂ। ਅਤੀ ਅਧੀਨ ਹੋ ਕੇ ਤੀਜੀ ਵਾਰ ਪੁਕਾਰ ਕੀਤੀ, ਮਹਾਰਾਜ ਜੀ ਦਰਸ਼ਨ ਤੇ ਹੋ ਜਾਣ। ਹੁਕਮ ਹੋਇਆ, ਹਾਂ ਦਰਸ਼ਨ ਹੋ ਜਾਣਗੇ। ਥੋੜ੍ਹੀ ਹੀ ਚਿਰ ਮਗਰੋਂ ਆਸਾ ਜੀ ਦੀ ਵਾਰ ਦਾ ਭੋਗ ਪੈ ਗਿਆ। ਅਰਦਾਸੇ ਦੇ ਮਗਰੋਂ ਦਾਸ ਡੇਰੇ ਵਾਪਸ ਆ ਗਿਆ। ਮੂੰਹ ਹੱਥ ਧੋ ਦਸਤਾਰ ਸਜਾਉਣ ਲੱਗਾ ਹੀ ਸੀ ਕਿ ਸੱਜੀ ਅੱਖ ਬੁਰੀ ਤਰ੍ਹਾਂ ਉਂਗਲ ਨਾਲ ਚੁੱਭ ਗਈ। ਉਸੇ ਵੇਲੇ ਇਹ ਤੁਕ ਯਾਦ ਆਈ, ਮਿਤ ਪੈਜੇ ਮਿਤ ਬਿਕਸੇ, ਜਿਸ ਮਿਤ ਕੀ ਪੈਜ ਭਾਵੇ। ਮਨ ਨੂੰ ਤਿਰਕਾਰ ਕੀਤੀ ਕਿ ਤੂੰ ਰੋਇਆ ਕਿਉਂ? ਸੰਤ ਜੀ ਮਹਾਰਾਜ ਤਾਂ ਅਕਾਲ ਪੁਰਖ ਦੀ ਰਜਾ ਵਿੱਚ ਆਪਣੇ ਖੇਲ ਵਰਤਾ ਰਹੇ ਹਨ। ਦਸਤਾਰਾ ਸਜਾ ਭਾਈ ਜਗਤ ਸਿੰਘ ਜੀ ਛਾਬੜੇ ਨੂੰ ਨਾਲ ਲੈ ਹਰਿਮੰਦਰ ਸਾਹਿਬ ਦੀ ਬਾਹਰਲੀ ਪਰਿਕਰਮਾ ਵਿੱਚੋਂ ਲੰਘਦਾ ਹੋਇਆ ਦਾਸ ਚੌਲ ਮੰਡੀ ਵੱਲ ਜਾ ਰਿਹਾ ਸੀ ਕਿ ਦਾਸ ਨੂੰ ਉਹ ਪ੍ਰੇਮੀ ਸਿੱਖ ਮਿਲਿਆ ਜੋ ਇਹਨਾਂ ਦਿਨਾਂ ਵਿੱਚ ਹਰ ਕੀ ਪੌੜੀ ਉੱਤੇ ਖਲੋ ਕੇ ਇਹ ਗੁਰੂ ਕਾ ਸੁਣਾਇਆ ਕਰਦਾ ਸੀ। ਸਾਧ ਸੰਗਤ ਜੀ, ਨਿਤਨੇਮ ਬਾਣੀ ਪੜ੍ਹਿਆ ਕਰੋ। ਆਪਸ ਵਿੱਚ ਫਤਿਹ ਬੁਲਾਈ। ਪ੍ਰੇਮੀ ਸੁੱਤੇ ਸਿੱਧ ਹੀ ਬੋਲ ਉੱਠਿਆ, ਸੰਤ ਜੀ ਮਹਾਰਾਜ ਨੇ ਬੜੀ ਸੇਵਾ ਕੀਤੀ ਹੈ, ਅਨੇਕ ਸੰਗਤਾਂ ਨੂੰ ਤਾਰਿਆ ਹੈ। ਹੁਣ ਗੁਰੂ ਨਾਨਕ ਦੇਵ ਜੀ ਦੀ ਗੋਦ ਜਾਣ ਦੀ ਤਿਆਰੀ ਹੈ। ਇਹ ਸੁਨੇਹਾ ਸੁਣ ਕੇ ਦਰਸ਼ਨ ਦੀ ਖਿੱਚ ਹੋਰ ਤੀਬਰ ਹੋ ਗਈ, ਪਰ ਮਹਾਂਪੁਰਸ਼ਾਂ ਨੇ ਆਪਣੇ ਹੁਕਮ ਦੀ ਪਾਲਣਾ ਵਾਲੀ ਅਜੇ ਮਨ ਦੀ ਪ੍ਰੀਖਿਆ ਪੂਰੀ ਕਰਨੀ ਸੀ। ਦਾਸ ਚੌਲ ਮੰਡੀ ਗਿਆ ਤੇ ਬਾਬਾ ਹਰਨਾਮ ਸਿੰਘ ਨਾਲ ਮਿਲ ਕੇ ਗੁਰੂ ਕਾਸ਼ੀ ਦਮਦਮਾ ਸਾਹਿਬ 297 ਰੁਪਏ ਉਗਰਾਹੀ ਕੀਤੀ। ਉਸ ਵੇਲੇ ਭਾਈ ਜਗਤ ਸਿੰਘ ਜੀ ਛਾਬੜਾ ਨੂੰ ਫੜਾ ਦਿੱਤੀ ਤੇ ਕਿਹਾ, ਡਾਕਖਾਨੇ ਜਾ ਕੇ ਭਾਈ ਗੁਲਾਬ ਸਿੰਘ ਦੇ ਨਾਮ ਮਨੀ ਆਰਡਰ ਕਰ ਦੇਵੋ। ਭਾਈ ਜਗਤ ਸਿੰਘ ਤਾਂ ਅੱਗੇ ਲੰਘ ਆਏ। ਦਾਸ ਹੌਲੀ ਹੌਲੀ ਡੇਰੇ ਵੱਲ ਟੁਰ ਪਿਆ। ਜਦੋਂ ਅਕਾਲ ਤਖਤ ਸਾਹਿਬ ਦੀ ਪਿਛਲੀ ਗਲੀ ਵਿੱਚ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਦੇ ਬੂੰਗੇ ਦੇ ਸਾਹਮਣੇ ਪੁੱਜਾ, ਤਦ ਅੰਦਰ ਜਾਣ ਦੀ ਬੜੀ ਡਾਢੀ ਖਿੱਚ ਹੋਈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਿਕਰਮਾ ਕਰ ਵਾਕ ਲਿਆ। ਸ਼ਬਦ ਵਿੱਚ ਇਹ ਤੁਕ ਆਈ, ਪੂਰਨ ਭਈ ਸੇਵ। ਅੰਮ੍ਰਿਤ ਵੇਲੇ ਸੰਤ ਜੀ ਮਹਾਰਾਜ ਖੇਲ ਵਰਤਾ ਚੁੱਕੇ ਸਨ। ਗੁਰਮੁਖ ਪ੍ਰੇਮੀ ਦਾ ਸੁਨੇਹਾ ਪੁੱਜ ਚੁੱਕਾ ਸੀ। ਹੁਣ ਤੀਜੀ ਵਾਰੀ ਗੁਰਬਾਣੀ ਨੇ ਆਗਿਆ ਦੇ ਦਿੱਤੀ। ਨਿਸ਼ਚਾ ਪਰਪੱਕ ਹੋ ਗਿਆ ਕਿ ਦਰਸ਼ਨ ਲਈ ਹੁਕਮ ਮਿਲ ਗਿਆ ਹੈ। ਡੇਰੇ ਪਹੁੰਚ ਤੁਰਨ ਦੀ ਤਿਆਰੀ ਕੀਤੀ। ਸੁੱਤੇ ਸਹਿਜ ਚਿੱਤ ਵਿੱਚ ਖਿਆਲ ਆਇਆ ਕਿ ਦਿਨ ਵੀਰਵਾਰ ਦਾ ਹੈ। ਇਸ ਦਿਨ ਹਰ ਵਾਰੀ ਸਰਦਾਰ ਬਹਾਦਰ ਧਰਮ ਸਿੰਘ ਪੀਪਲਜ਼ ਬੈਂਕ ਲਾਹੌਰ ਦੀ ਇਕੱਤਰਤਾ ਵਿੱਚ ਆਉਂਦੇ ਹਨ। ਉਹਨਾਂ ਨੂੰ ਵੀ ਨਾਲ ਲੈ ਕੇ ਚੱਲੀਏ, ਉਹ ਵੀ ਦਰਸ਼ਨ ਕਰ ਲੈਣਗੇ ਅਤੇ ਗੁਰੂ ਕਾਸ਼ੀ ਸੰਗਤ ਦੀ 50,000 ਦੀ ਅਮਾਨਤ ਜੋ ਉਹਨਾਂ ਦੇ ਪਾਸ ਹੈ, ਉਸ ਨੂੰ ਸੰਤ ਗੁਲਾਬ ਸਿੰਘ ਪ੍ਰਬੰਧਕ ਗੁਰੂ ਕਾਸ਼ੀ ਦੇ ਨਾਮ ਕਰ ਦੇਣਗੇ। ਉਸੇ ਵੇਲੇ ਟਾਂਗੇ ਚੜ੍ਹ ਸਟੇਸ਼ਨ ਤੇ ਪੁੱਜ ਲਾਹੌਰ ਦਾ ਟਿਕਟ ਲੈ ਲਿਆ। ਲਾਹੌਰ ਪਹੁੰਚ ਸਿੱਧਾ ਸੈਕੰਡ ਕਲਾਸ ਦੇ ਵੇਟਿੰਗ ਰੂਮ ਵਿੱਚ ਚਲਾ ਗਿਆ। ਸਰਦਾਰ ਧਰਮ ਸਿੰਘ ਆਪਣਾ ਅਸਬਾਬ ਇੱਥੇ ਹੀ ਰੱਖਦੇ ਤੇ ਬੈਂਕ ਦੀ ਮੀਟਿੰਗ ਕਰ ਮੁੜ ਆਉਂਦੇ। 5 ਵਜੇ ਸਿੰਘ ਨੂੰ ਸੰਤ ਜੀ ਮਹਾਰਾਜ ਦੀ ਵਿਥਿਆ ਸੁਣਾਈ ਅਤੇ ਬੇਨਤੀ ਕੀਤੀ ਕਿ ਹੁਣ ਦਰਸ਼ਨ ਮੇਲਾ ਜ਼ਰੂਰ ਹੀ ਕਰਨਾ ਲੋੜੀਂਦਾ ਹੈ। ਸਰਦਾਰ ਬਹਾਦਰ ਧਰਮ ਸਿੰਘ ਤਿਆਰ ਹੋ ਗਏ ਅਤੇ ਰਾਏ ਬਹਾਦਰ ਨਰੈਣ ਸਿੰਘ ਕਹਿਣ ਲੱਗੇ ਕਿ ਮੈਂ ਵੀ ਚੱਲਾਂਗਾ। ਅਜੇ ਗੁਰਮਤਾ ਕੀਤੇ ਅੱਧਾ ਕੁ ਘੰਟਾ ਹੀ ਹੋਇਆ ਸੀ ਕਿ ਪ੍ਰੇਮੀ ਨੇ ਸਰਦਾਰ ਧਰਮ ਸਿੰਘ ਨੂੰ ਡਾਕਟਰ ਦੀਵਾਨ ਸਿੰਘ ਦੀ ਤਾਰ ਲਿਆ ਦਿੱਤੀ। ਇਸ ਵਿੱਚ ਲਿਖਿਆ ਸੀ ਕਿ ਤੁਸੀਂ ਮੈਨੂੰ ਉਡੀਕੋ, ਅਸੀਂ ਇਕੱਠੇ ਸੰਗਰੂਰ ਦਰਸ਼ਨ ਲਈ ਚੱਲਾਂਗੇ। ਪਰ ਕਰਤਾਰ ਨੂੰ ਹੁਣ ਹੋਰ ਦੇਰੀ ਨਹੀਂ ਸੀ ਭਾਉਂਦੀ। ਕੁਦਰਤੀ ਰਾਏ ਬਹਾਦਰ ਮੱਖਣ ਨਾਲ ਚੀਫ ਇੰਜੀਨੀਅਰ ਜੰਮੂ ਕਸ਼ਮੀਰ ਸੈਕੰਡ ਕਲਾਸ ਵੇਟਿੰਗ ਰੂਮ ਦੇ ਸਾਹਮਣੇ ਬੈਂਚ ਤੇ ਆ ਬੈਠੇ। ਦਾਸ ਪਲੇਟਫਾਰਮ ਤੇ ਖੜਾ ਸੀ। ਉਹਨਾਂ ਨੂੰ ਪਛਾਣ ਲਿਆ ਤੇ ਉਸੇ ਵੇਲੇ ਫਤਿਹ ਬੁਲਾਈ ਤੇ ਉਹਨਾਂ ਦੇ ਪਾਸ ਬੈਂਚ ਤੇ ਬਹਿ ਗਿਆ। ਰਾਏ ਸਾਹਿਬ ਨੇ ਸੁਣਾਇਆ ਕਿ 2-4 ਦਿਨ ਹੋਇਆ ਸਾਡੇ ਪਾਸ ਸੰਗਰੂਰ ਤੇ ਇੱਕ ਸਹਿਜਧਾਰੀ ਠੇਕੇਦਾਰ ਜੰਮੂ ਪੁੱਜਾ। ਉਸਨੇ ਆਖਿਆ ਕਿ ਮੈਂ ਸੰਤ ਜੀ ਮਹਾਰਾਜ ਦਾ ਦਰਸ਼ਨ ਕਰਨ ਸੰਗਰੂਰ ਗਿਆ ਸੀ। ਸੰਤ ਜੀ ਨੇ ਫਰਮਾਇਆ ਕਿ ਅਸੀਂ 7 ਦਿਨ ਮਗਰੋਂ ਸਰੀਰ ਛੱਡ ਦੇਣਾ ਹੈ। ਅਸਾਂ ਅੱਗੇ ਬਹੁਤ ਕੰਮ ਕਰਨਾ ਹੈ। ਇਹ ਗੱਲ ਸੁਣਦੇ ਸਾਰ ਹੀ ਦਾਸ ਨੇ ਸਰਦਾਰ ਧਰਮ ਸਿੰਘ ਨੂੰ ਕਿਹਾ ਕਿ ਹੁਣ ਵਕਤ ਗਵਾਉਣ ਦਾ ਨਹੀਂ, ਚਲੋ ਪਹਿਲੀ ਗੱਡੀ ਚੱਲ ਚੱਲੀਏ। ਸੰਗਰੂਰ 2 ਗੱਡੀਆਂ ਜਾਂਦੀਆਂ ਸਨ, ਇੱਕ ਲੁਧਿਆਣਾ ਧੂਰੀ ਦੇ ਰਸਤੇ ਤੇ ਦੂਜੀ ਜਾਖਲ ਦੇ ਰਸਤੇ। ਜਾਖਲ ਵਾਲੀ ਗੱਡੀ ਸੰਗਰੂਰ 2 ਘੰਟੇ ਪਹਿਲਾਂ ਪੁੱਜਦੀ ਸੀ।
ਉਸੇ ਵੇਲੇ ਸਰਦਾਰ ਧਰਮ ਸਿੰਘ ਨੇ 3 ਸੈਕਿੰਡ ਕਲਾਸ ਦੇ ਟਿਕਟ ਮੰਗਵਾ ਲਏ। ਦੂਜੇ ਦਿਨ ਸਵੇਰੇ 7 ਕੁ ਵਜੇ ਸੰਗਰੂਰ ਪੁੱਜ ਗਏ। ਦਾਸ ਉਹਨਾਂ ਦਿਨਾਂ ਵਿੱਚ ਛੋਟੀ ਬੀੜ ਤੋਂ ਪਾਠ ਕਰਦਾ ਸੀ। ਬੀੜ ਨਾਲ ਸੀ। ਅਸੀਂ ਅਤੀ ਵੈਰਾਗ ਵਿੱਚ ਬੀੜ ਦਾ ਇੱਕ ਭਾਗ ਖੋਲ੍ਹਿਆ ਤਾਂ ਮਾਰੂ ਸੋਲੇ ਦਾ ਸ਼ਬਦ ਨਿਕਲਿਆ। ਜਦ ਇਹ ਤੁਕ ਸਰਨ ਕੇ ਦਾਤੇ ਬਚਨ ਕੇ ਸੂਰੇ, ਤਦ ਸੰਤ ਜੀ ਮਹਾਰਾਜ ਦੀ ਸਾਰੀ ਮਿਹਰ ਅਤੇ ਕਿਰਪਾ ਦੀ ਯਾਦ ਆ ਗਈ। ਵੈਰਾਗ ਨਾ ਠੱਲਿਆ ਗਿਆ। ਬੜੀ ਮੁਸ਼ਕਲ ਆਪਣੇ ਆਪ ਨੂੰ ਰੋਕ ਸ਼ਬਦ ਦਾ ਪਾਠ ਪੂਰਾ ਕੀਤਾ। ਹੁਣ ਸਾਡਾ ਇਹ ਗੁਰਮਤਾ ਹੋਇਆ ਕਿ ਸਰਦਾਰ ਧਰਮ ਸਿੰਘ ਅਤੇ ਰਾਏ ਬਹਾਦਰ ਨਰੈਣ ਸਿੰਘ ਵੇਟਿੰਗ ਰੂਮ ਵਿੱਚ ਬੈਠਣ ਤੇ ਦਾਸ ਹਸਪਤਾਲ ਵਿੱਚ ਜਾ ਕੇ ਸੰਤ ਜੀ ਮਹਾਰਾਜ ਦੀ ਖਬਰ ਲਿਆਵੇ। ਜਦ ਦਾਸ ਉੱਥੇ ਪੁੱਜਾ ਤਦ ਇਹ ਪਤਾ ਲੱਗਾ ਕਿ ਕਰਮਚਾਰੀ ਦੁਨੀਆ ਦੀਆਂ ਜੰਜੀਰਾਂ ਵਿੱਚ ਬੱਧੇ ਹੋਏ ਇਹ ਸਲਾਹ ਕਰ ਰਹੇ ਹਨ ਕਿ ਸੰਤ ਜੀ ਮਹਾਰਾਜ ਦੇ ਹੁਕਮ ਤੋਂ ਵਿਰੁੱਧ ਨੱਕ ਦੁਆਰਾ ਖੁਰਾਕ ਪਹੁੰਚਾਈ ਜਾਵੇ। ਇਹ ਗੱਲ ਸੁਣ ਕੇ ਦਾਸ ਨੇ ਬੜਾ ਰੋਹ ਚੜ੍ਹਿਆ ਤੇ ਬੜਾ ਜੋਸ਼ ਨਾਲ ਆਖਿਆ, ਖਬਰਦਾਰ, ਮਹਾਂਪੁਰਸ਼ਾਂ ਦੇ ਸਵਾਸਾਂ ਵਿੱਚ ਦਖਲ ਨਹੀਂ ਦੇਣਾ। ਡਾਕਟਰ ਬਖਸ਼ੀ ਰਾਮ ਦਾਸ ਦੇ ਛੋਟੇ ਭਾਈ ਡਾਕਟਰ ਨਰੈਣ ਸਿੰਘ ਦਾ ਜਮਾਤੀ ਸੀ ਅਤੇ ਉਂਝ ਵੀ ਸੱਜਣ ਪੁਰਸ਼ ਸੀ। ਉਸਨੇ ਆਪਣੇ ਸਾਥੀ ਡਾਕਟਰ ਨੂੰ ਸਮਝਾ ਦਿੱਤਾ ਕਿ ਸੰਤ ਠੀਕ ਕਹਿ ਰਹੇ ਹਨ। ਸਾਡੀ ਨਿਗਾਹ ਸਰੀਰ ਤੱਕ ਹੀ ਹੈ, ਅੰਦਰਲੀ ਕਲਾ ਦੇ ਅਸੀਂ ਜਾਣੂ ਨਹੀਂ। ਸਾਰੀ ਖਬਰ ਲੈ ਦਾਸ ਸਟੇਸ਼ਨ ਮੋੜ ਆਇਆ। ਇੱਥੋਂ ਅਸੀਂ ਤਿੰਨੇ ਸਰਦਾਰ ਗੋਬਿੰਦਰ ਸਿੰਘ ਦੇ ਮਕਾਨ 'ਤੇ ਪੁੱਜੇ। ਕਿਸੇ ਨੂੰ ਰੋਕਣ ਦੀ ਜੁਰਤ ਨਾ ਹੋਈ ਅਤੇ ਸੰਤ ਜੀ ਮਹਾਰਾਜ ਦੇ ਖੁੱਲ੍ਹੇ ਦਰਸ਼ਨ ਕੀਤੇ। ਇਸ ਸਮੇਂ ਇਹ ਮਹਾਂਪੁਰਸ਼ ਜਿਨ੍ਹਾਂ ਨੇ ਮੁਕਤ ਦਸ਼ਾ ਵਿੱਚ ਲੱਖਾਂ ਜੀਵਾਂ ਦਾ ਉਧਾਰ ਕੀਤਾ ਸੀ, ਗੁਰੂ ਕਲਗੀਆਂ ਵਾਲੀ ਦੀ ਗੋਦ ਦੇ ਵਿੱਚ ਬੈਠ ਤੁਰਿਆ ਅਤੀਤ ਅਵਸਥਾ ਵਿੱਚ ਖੇਡ ਰਹੇ ਸਨ। ਜਦ ਇਹਨਾਂ ਨੇ ਦੇਖਿਆ ਕਿ ਪ੍ਰੇਮੀ ਹੁਕਮ ਨਹੀਂ ਮੰਨ ਸਕਦੇ ਅਤੇ ਆਪਣੇ ਅਗਿਆਨ ਵਿੱਚ ਦੇਹ ਦੇ ਭੁਲੇਖੇ ਵਿੱਚ ਫਸੇ ਹੋਏ ਅਕਾਰਥ ਕਸ਼ਟ ਦੇ ਕੇ ਆਪਣੇ ਪੈਰ ਤੇ ਆਪ ਕੁਹਾੜਾ ਮਾਰ ਰਹੇ ਹਨ, ਤਾਂ ਸੰਤ ਜੀ ਮਹਾਰਾਜ ਨੇ ਆਪਣੇ ਆਪ ਨੂੰ ਦੁਨੀਆ ਤੋਂ ਉਪਰਾਮ ਕਰ ਲਿਆ। ਅੰਤਰਾਤਮੇ ਖੁਦ ਮਸਤ ਹੋ ਬੈਠੇ। ਸੰਤ ਜੀ ਮਹਾਰਾਜ ਨੇ ਫਰਮਾਇਆ ਸੀ, ਭਾਈ ਅਸੀਂ ਅਰੋਗ ਹਾਂ, ਸਾਨੂੰ ਆਪਰੇਸ਼ਨ ਦੀ ਕੋਈ ਲੋੜ ਨਹੀਂ। ਪਰ ਪ੍ਰੇਮੀਆਂ ਨੇ ਹੁਕਮ ਤੋਂ ਉਲਟ ਕਸ਼ਟ ਦਿੱਤਾ। ਸਰਦਾਰ ਬਹਾਦਰ ਧਰਮ ਸਿੰਘ ਅਤੇ ਰਾਏ ਬਹਾਦਰ ਨਰੈਣ ਸਿੰਘ ਆਰਾਮ ਲਈ ਵੇਟਿੰਗ ਰੂਮ ਵਿੱਚ ਚਲੇ ਗਏ। ਦਾਸ ਸਾਰਾ ਦਿਨ ਸੇਵਾ ਵਿੱਚ ਰਿਹਾ। ਰਾਤ ਦੇ ਐਨ 11 ਵਜੇ ਡਾਕਟਰ ਦੀਵਾਨ ਸਿੰਘ ਪੁੱਜ ਗਏ। ਸੰਤ ਜੀ ਮਹਾਰਾਜ ਦੇ ਪਲੰਗ ਦੇ ਪਾਵੇ ਦੇ ਪਾਸ ਬੈਠਾ ਸੀ। ਜਦ ਡਾਕਟਰ ਨਮਸਕਾਰ ਕਰ ਬੈਠ ਗਏ ਤਦ ਦਾਸ ਨੇ ਡਾਕਟਰ ਸਾਹਿਬ ਨੂੰ ਬੇਨਤੀ ਕੀਤੀ ਕਿ ਸੰਤ ਜੀ ਮਹਾਰਾਜ ਦੀ ਨਬਜ਼ ਦੇਖਣ। ਬੜੇ ਗੌ ਅਤੇ ਪਿਆਰ ਨਾਲ ਡਾਕਟਰ ਨੇ ਸੰਤ ਜੀ ਮਹਾਰਾਜ ਦਾ ਹੱਥ ਫੜਿਆ ਤੇ 2 ਕੁ ਮਿੰਟ ਪਿੱਛੋਂ ਬੋਲੇ ਕਿ ਨਬਜ਼ ਤਾਂ ਬੜੀ ਕਮਜ਼ੋਰ ਹੈ, ਭਾਵੇਂ ਅੱਜ ਰਾਤ ਨੂੰ ਹੀ ਸਰੀਰ ਛੁੱਟ ਜਾਏ। ਪਰ ਇੱਕ ਗੱਲ ਵੇਖ ਕੇ ਮੈਂ ਬੜਾ ਹੈਰਾਨ ਹਾਂ। ਮੈਂ ਸਾਰੀ ਉਮਰ ਡਾਕਟਰੀ ਕੀਤੀ ਹੈ, ਕੋਈ ਬੰਦਾ ਐਸਾ ਨਹੀਂ ਦੇਖਿਆ ਜਿਸ ਦੀ ਨਬਜ਼ ਇੰਨੀ ਕਮਜ਼ੋਰ ਹੋਵੇ ਤੇ ਸਵਾਸ ਪੂਰੇ ਜ਼ੋਰ ਨਾਲ ਜਿਉਂ ਦੇ ਤਿਉਂ ਚੱਲ ਰਹੇ ਹੋਣ। ਸਵਾਸਾਂ ਤੋਂ ਤੀ ਇਹ ਪ੍ਰਤੀਤ ਹੁੰਦਾ ਹੈ ਕਿ ਸੰਤ ਜੀ ਮਹਾਰਾਜ ਚਾਹੁਣ ਤਾਂ ਇਸ ਵਕਤ 100 ਮੀਲ ਟੁਰ ਲੈਣ। ਰਾਤ ਦੇ 12 ਵਜੇ ਸੰਤ ਭਾਈ ਬਿਸ਼ਨ ਸਿੰਘ ਨੇ ਦਾਸ ਨੂੰ ਆਖਿਆ ਕਿ ਤੁਸੀਂ ਡਾਕਟਰ ਦੀਵਾਨ ਸਿੰਘ ਨੂੰ ਨਾਲ ਲੈ ਜਾਓ ਅਤੇ ਆਰਾਮ ਕਰੋ। ਦਾਸ ਡਾਕਟਰ ਦੀਵਾਨ ਸਿੰਘ ਨੂੰ ਕਪਤਾਨ ਸਰਦਾਰ ਸ਼ੇਰ ਸਿੰਘ ਦੇ ਘਰ ਲੈ ਆਇਆ। ਅਜੇ ਘੰਟਾ ਕੁ ਹੀ ਅੱਖ ਲੱਗੀ ਹੋਵੇਗੀ ਕਿ ਪ੍ਰੇਮੀ ਨੇ ਬੂਹਾ ਖੜਕਾਇਆ ਅਤੇ ਆਖਿਆ ਕਿ ਸੰਤ ਜੀ ਮਹਾਰਾਜ 1:30 ਵਜੇ ਜੋਤੀ ਜੋਤ ਸਮਾ ਗਏ ਹਨ। ਸਰੀਰ ਅਸੀਂ ਗੁਰਦੁਆਰੇ ਸਾਹਿਬ ਮਸਤੂਆਣੇ ਲੈ ਚੱਲੇ ਹਾਂ, ਤੁਸੀਂ ਵੀ ਉੱਥੇ ਪਹੁੰਚੋ। ਸੰਤ ਜੀ ਮਹਾਰਾਜ ਦਾ ਸਰੀਰ 2:30 ਵਜੇ ਗੁਰਸਾਗਰ ਸਾਹਿਬ ਮਸਤੂਆਣੇ ਪੁੱਜ ਗਿਆ ਅਤੇ ਪਿੱਛੇ ਸਿੱਖ ਸੰਗਤ ਮਾਈ ਭਾਈ ਜਾ ਪੁੱਜੇ। ਡਾਕਟਰ ਦੀਵਾਨ ਸਿੰਘ ਅਤੇ ਦਾਸ ਵੀ ਇਸ਼ਨਾਨ ਪਾਣੀ ਕਰ ਅੰਮ੍ਰਿਤ ਵੇਲੇ 5 ਕੁ ਵਜੇ ਅੱਪੜ ਗਏ। ਸੰਤ ਜੀ ਮਹਾਰਾਜ ਦਾ ਸਰੀਰ ਸੰਤ ਜੀ ਮਹਾਰਾਜ ਦੀ ਕੋਠੀ ਦੇ ਵਿਚਕਾਰਲੇ ਕਮਰੇ ਵਿੱਚ, ਜਿੱਥੇ ਸੰਤ ਜੀ ਮਹਾਰਾਜ ਬਿਰਾਜਦੇ ਸਨ, ਰੱਖਿਆ ਗਿਆ। ਦੂਰ ਨੇੜੇ ਸਮੂਹ ਸੰਗਤਾਂ ਨੂੰ ਸੁਨੇਹੇ ਪਹੁੰਚਾਏ ਗਏ। ਕਰੀਬਨ 1 ਵਜੇ 1000 ਕੁ ਮਾਈ ਭਾਈ ਇਕੱਤਰ ਹੋ ਗਏ। ਸੰਤ ਭਾਈ ਗੁਲਾਬ ਸਿੰਘ ਅਤੇ ਭਾਈ ਮਣੀ ਸਿੰਘ ਵੀ ਸਮੇਂ ਸਿਰ ਪਹੁੰਚ ਗਏ। 2 ਵਜੇ ਇਸ਼ਨਾਨ ਕਰ ਸੰਤ ਜੀ ਮਹਾਰਾਜ ਦਾ ਸਰੀਰ ਕੋਠੀ ਦੇ ਬਰਾਂਡੇ ਵਿੱਚ ਇੱਕ ਤਖਤਪੋਸ਼ ਉੱਤੇ ਬਿਰਾਜਮਾਨ ਕੀਤਾ ਗਿਆ ਅਤੇ ਕੀਰਤਨ ਸ਼ੁਰੂ ਹੋ ਗਿਆ। ਭਾਈ ਗੁਰਬਖਸ਼ ਸਿੰਘ ਮਸਤਾਨੇ ਦੀ ਵੀ ਬੰਦ ਖਲਾਸੀ ਹੋ ਗਈ। ਸਾਰੀ ਸੰਗਤ ਅਤੇ ਸੰਤ ਮਹੰਤਾਂ ਵਿੱਚੋਂ ਲੰਘਦੇ ਹੋਏ ਇਹ ਸਿੱਧੇ ਬਰਾਂਡੇ ਦੀ ਖੱਬੀ ਗੁੱਠ ਵਿੱਚ ਦਾਸ ਪਾਸ ਪਹੁੰਚੇ। ਦਾਸ ਆਪਣੇ ਧਿਆਨ ਵਿੱਚ ਬੈਠਾ ਸੀ। ਅਚਨਚੇਤ ਇਹਨਾਂ ਨੇ ਮੱਥਾ ਟੇਕ ਹੱਥ ਜੋੜ ਬੇਨਤੀ ਕੀਤੀ, ਸੰਤ ਜੀ ਮਹਾਰਾਜ ਨੇ ਤੁਹਾਨੂੰ ਆਜ਼ਾਦ ਕੀਤਾ ਹੈ, ਤੁਸੀਂ ਕਿਰਪਾ ਕਰਕੇ ਮੈਨੂੰ ਆਜ਼ਾਦ ਕਰੋ। ਮੈਂ ਸੰਗਾਂ ਕਰਕੇ
ਗੁਰੂ ਮੰਤਰ ਵੀ ਮਹਾਰਾਜ ਪਾਸੋਂ ਨਹੀਂ ਪੁੱਛ ਸਕਿਆ। ਦਾਸ ਨੇ ਆਖਿਆ, ਭਾਈ ਗੁਰਬਖਸ਼ ਸਿੰਘ, ਫਿਕਰ ਨਾ ਕਰੋ, ਸੰਤ ਜੀ ਮਹਾਰਾਜ ਦਾ ਬਖਸ਼ਿਆ ਹੋਇਆ ਉਪਦੇਸ਼ ਦਾਸ ਦੇ ਹਿਰਦੇ ਵਿੱਚ ਹੈ। ਤੁਸੀਂ ਜਥੇ ਵਿੱਚ ਸਾਡੇ ਨਾਲ ਚੱਲਣਾ, ਸਭ ਕੁਝ ਠੀਕ ਹੋ ਜਾਵੇਗਾ। ਹੁਣ ਸੰਗਰੂਰ ਤੋਂ ਫੋਟੋਗ੍ਰਾਫਰ ਪੁੱਜ ਗਿਆ ਤੇ ਇਸ ਨੇ ਸੰਤ ਜੀ ਮਹਾਰਾਜ ਤੇ ਸਾਰੀ ਸੰਗਤ ਦੀ ਤਸਵੀਰ ਲਾਈ। ਫਿਰ ਸਾਰਾ ਸਮਾਗਮ ਖੜਾ ਹੋ ਇੱਕ ਰਸ ਅਰਦਾਸ ਵਿੱਚ ਜੁੜ ਗਿਆ। ਅਰਦਾਸ ਦੇ ਮਗਰੋਂ ਸ਼ਬਦ ਕੀਰਤਨ ਦੀ ਘਨਘੋਰ ਵਿੱਚ ਸੰਤ ਜੀ ਮਹਾਰਾਜ ਦਾ ਸਰੀਰ ਚਿੜੇ ਵਿੱਚ ਮਸਤੂਆਣੀ ਟੋਭੇ ਚੜ੍ਹਦੀ ਬਾਹੀ ਖੂਹੀ ਦੇ ਪਾਸ ਲਿਆਂਦਾ ਗਿਆ। ਇੱਥੇ ਪੂਰੀ ਮਰਿਆਦਾ ਅਨੁਸਾਰ ਸੰਸਕਾਰ ਕੀਤਾ ਗਿਆ। 4 ਕੁ ਵਜੇ ਮਲਕ ਮੋਹਨ ਸਿੰਘ ਰਾਵਲਪਿੰਡੀ ਵਾਲੇ ਆਪਣੀ ਸੁਪਤਨੀ ਸਮੇਤ ਪੁੱਜੇ ਅਤੇ ਬੜੇ ਵੈਰਾਗ, ਸ਼ਰਧਾ ਤੇ ਪ੍ਰੇਮ ਵਿੱਚ ਇੱਕ ਦੁਸ਼ਾਲਾ ਤੇ ਹੋਰ ਸਮੱਗਰੀ ਜੋ ਨਾਲ ਲਿਆਏ ਸਨ ਅੰਗੀਠੇ ਦੀ ਭੇਟ ਕੀਤੀ। ਸੰਸਕਾਰ ਦੇ ਮਗਰੋਂ ਸਾਰੀ ਸੰਗਤ ਕੀਰਤਨ ਸੋਹਲੇ ਦਾ ਪਾਠ ਅਤੇ ਅਰਦਾਸਾਂ ਕਰ ਹਰਿਮੰਦਰ ਸਾਹਿਬ ਪੁੱਜੀ। ਇੱਥੇ ਅਖੰਡ ਪਾਠ ਰੱਖਿਆ ਗਿਆ। ਪ੍ਰਬੰਧਕਾਂ ਨੇ ਵਿਚਾਰ ਕਰਕੇ ਦੁਸ਼ਹਿਰੇ ਦੀ ਤਰੀਕ ਨਿਯਤ ਕੀਤੀ ਅਤੇ ਸਮੂਹ ਸੰਗਤ ਨੂੰ ਜ਼ਬਾਨੀ, ਡਾਕ ਅਤੇ ਅਖਬਾਰ ਦੁਆਰਾ ਸੁਨੇਹੇ ਘੱਲ ਦਿੱਤੇ। ਇਸ ਦਿਨ ਅਤੁੱਟ ਯੱਗ ਕਰਨ ਦਾ ਗੁਰਮਤਾ ਸੰਤ ਭਾਈ ਗੁਲਾਬ ਸਿੰਘ ਨੇ ਕਰ ਲਿਆ। ਕੜਾਹ ਪ੍ਰਸ਼ਾਦ ਵਰਤਣ ਦੇ ਮਗਰੋਂ ਕੁਝ ਸੰਗਤ ਹਰਿਮੰਦਰ ਸਾਹਿਬ ਵਿੱਚ ਬੈਠੀ ਰਹੀ ਤੇ ਬਾਕੀ ਆਪਣੀ ਨਗਰਾਂ ਤੇ ਆਸਨਾਂ ਤੇ ਚਲੀ ਗਈ। ਅਖੰਡ ਪਾਠ ਦੇ ਭੋਗ ਮਗਰੋਂ ਦਾਸ ਭਾਈ ਮਾਨਕ ਸਿੰਘ ਅਤੇ ਭਾਈ ਗੁਰਬਖਸ਼ ਸਿੰਘ ਸਮੇਤ ਸ੍ਰੀ ਅੰਮ੍ਰਿਤਸਰ ਸਾਹਿਬ ਆਏ। ਉੱਥੇ ਜਦ ਹਰਿਮੰਦਰ ਸਾਹਿਬ ਵਿੱਚੋਂ ਕੀਰਤਨ ਸਰਵਣ ਕਰਕੇ ਉੱਠੇ ਤਦ ਪਰਿਕਰਮਾ ਵਿੱਚ ਉਹੀ ਗੁਰਮੁਖ ਸੱਜਣ ਮਿਲਿਆ ਜਿਸ ਨੇ ਪਿਛਲੀ ਵਾਰੀ ਸੰਤ ਜੀ ਦੀ ਸਤਿਗੁਰੂ ਨਾਨਕ ਦੇਵ ਜੀ ਦੀ ਗੋਦ ਵਿੱਚ ਜਾਣ ਦੀ ਤਿਆਰੀ ਹੈ ਆਖਿਆ ਸੀ। ਐਤਕੀ ਹੱਸ ਕੇ ਦਾਸ ਨੂੰ ਫਤਿਹ ਬੁਲਾਈ ਤੇ ਆਖਿਆ, ਅਕ੍ਰਿਤਕਾ ਨਹੀਂ ਹੋਣਾ। ਸੰਤ ਜੀ ਮਹਾਰਾਜ ਨੇ ਤੁਹਾਡੇ ਤੇ ਮਿਹਰ ਕੀਤੀ ਹੈ। ਉਹਨਾਂ ਦੀ ਢੋਲਕੀ ਖੜਕਦੀ ਰਹੇ। ਦਾਸ ਨੇ ਹੱਥ ਜੋੜ ਕੇ ਉੱਤਰ ਦਿੱਤਾ, ਸਤ ਬਚਨ। ਦੁਸਹਿਰੇ ਤੋਂ ਇੱਕ ਦਿਨ ਪਹਿਲਾਂ ਗੁਰਸਾਗਰ ਸਾਹਿਬ ਮਸਤੂਆਣੇ ਵੱਲ ਮੁੜ ਪਏ। ਕੁਦਰਤੀ ਗੱਡੀ ਦੇ ਜਿਸ ਡੱਬੇ ਵਿੱਚ ਅਸੀਂ ਬੈਠੇ ਸੀ ਉਸੇ ਵਿੱਚ ਮਾਸਟਰ ਤਾਰਾ ਸਿੰਘ ਤੇ ਪ੍ਰੋਫੈਸਰ ਗੰਗਾ ਸਿੰਘ ਵੀ ਸਨ। ਇਹ ਵੀ ਸੰਤ ਜੀ ਮਹਾਰਾਜ ਦੇ ਪ੍ਰੇਮ ਦੇ ਬੱਧੇ ਹੋਏ ਦੁਸ਼ਹਿਰੇ ਲਈ ਜਾ ਰਹੇ ਸਨ। ਰਸਤੇ ਵਿੱਚ ਰੱਬ ਦੀ ਹੋਂਦ ਤੇ ਚਰਚਾ ਛਿੜ ਗਈ। ਇਸ ਵਿਚਾਰ ਵਿੱਚ ਇੱਕ ਮੌਕੇ ਮਾਸਟਰ ਤਾਰਾ ਸਿੰਘ ਵੀ ਸੁੱਤੇ ਸਹਿਜ ਬੋਲ ਉੱਠੇ ਕਿ ਇੱਕ ਵੀ ਨਹੀਂ ਕਹਿਣਾ ਬਣਦਾ, ਦੂਜਾ ਹੋਵੇ ਤਾਂ ਇੱਕ ਕਹੀਏ। ਇਹ ਗੱਲ ਸੁਣ ਦਾਸ ਬੜਾ ਆਨੰਦ ਹੋਇਆ ਤੇ ਚਿੱਤ ਵਿੱਚ ਫੁਰਿਆ ਕਿ ਮਾਸਟਰ ਜੀ ਵਿੱਚ ਇਹ ਵਿਚਾਰ ਉਹਨਾਂ ਦੇ ਸੰਤੋਖ ਦਾ ਸਦਕਾ ਹੈ। ਫਿਰ ਮਾਸਟਰ ਜੀ ਨੂੰ ਦਾਸ ਨੇ ਪੁੱਛਿਆ ਕਿ ਤੁਸੀਂ ਨਿਤਨੇਮ ਰੋਜ਼ ਕਰਦੇ ਹੋ? ਉਹਨਾਂ ਨੇ ਜਵਾਬ ਦਿੱਤਾ ਕਿ ਜਪਜੀ ਸਾਹਿਬ ਤਾਂ ਹੋ ਜਾਂਦਾ ਹੈ, ਪਰ ਜਾਪ ਸਾਹਿਬ ਕਈ ਵਾਰੀ ਰਹਿ ਜਾਂਦਾ ਹੈ। ਦਾਸ ਨੇ ਬੇਨਤੀ ਕੀਤੀ ਕਿ ਜਾਪ ਸਾਹਿਬ ਦਾ ਪਾਠ ਰੋਜ਼ ਕਰਿਆ ਕਰੋ। ਸਤਿਗੁਰੂ ਕਲਗੀਆਂ ਵਾਲੇ ਦਾ ਹੁਕਮ ਹੈ, ਜਪ ਜਾਪ ਨਿਤਨੇਮ, ਕੀਤੇ ਬਿਨਾਂ ਸਿੱਖ ਪ੍ਰਸ਼ਾਦ ਨਾ ਛਕੇ। ਆਪਣੇ ਸੁਭਾਅ ਅਨੁਸਾਰ ਮਾਸਟਰ ਜੀ ਝੱਟ ਬੋਲ ਉੱਠੇ ਕਿ ਹਰ ਰੋਜ਼ ਜਾਪ ਸਾਹਿਬ ਦਾ ਪਾਠ ਕਰਨ ਦਾ ਮੈਂ ਬਚਨ ਨਹੀਂ ਕਰਦਾ, ਪਰ ਜਿਸ ਦਿਨ ਪਾਠ ਨਾ ਹੋਇਆ ਪ੍ਰਸ਼ਾਦ ਨਹੀਂ ਛਕਾਂਗਾ। ਸ਼ਾਮ ਦੇ 3:30 ਵਜੇ ਗੱਡੀ ਸੰਗਰੂਰ ਪੁੱਜੀ। ਮਸਤੂਆਣੇ ਜਾਣ ਵਾਲੀਆਂ ਹੋਰ ਸੰਗਤਾਂ ਵੀ ਉਤਰ ਗਈਆਂ। ਅਸੀਂ ਸਾਰੇ ਇਕੱਠੇ ਗੁਰਸਾਗਰ ਸਾਹਿਬ ਦੇ ਰਾਹ ਪੈ ਗਏ। ਜਦ ਮਾਸਟਰ ਤਾਰਾ ਸਿੰਘ ਜੀ ਸਾਥੀਆਂ ਸਣੇ ਗੁਰਸਾਗਰ ਸਾਹਿਬ ਪੁੱਜੇ ਤਦ ਇਹ ਹਰਿਮੰਦਰ ਵਿੱਚ ਨਮਸਕਾਰ ਕਰਨ ਦੇ ਮਗਰੋਂ ਅਕਾਲ ਕਾਲਜ ਦੀ ਇਮਾਰਤ ਵੱਲ ਗਏ। ਕਾਲਜ, ਬੋਰਡਿੰਗ ਹਾਊਸ, ਗੁਰੂ ਕਾ ਲੰਗਰ ਅਤੇ ਸਕੂਲ ਦੀ ਆਲੀਸ਼ਾਨ ਇਮਾਰਤ ਵੱਲ ਜਦ ਇਹਨਾਂ ਦੀ ਨਿਗਾਹ ਪਈ ਤਾਂ ਬੋਲ ਉੱਠੇ, ਸਾਨੂੰ ਪਤਾ ਨਹੀਂ ਸੀ ਕਿ ਇਹ ਅਸਥਾਨ ਏਡਾ ਵੱਡਾ ਕੇਂਦਰ ਹੈ। ਅਸਾਂ ਭੁੱਲ ਕੀਤੀ ਕਿ ਸੰਤ ਜੀ ਮਹਾਰਾਜ ਦੇ ਬਾਲੇਵਾਲ ਤੋਂ ਸੁਨੇਹਾ ਭੇਜਣ ਪਰ ਵੀ ਅਸੀਂ ਇਸ ਨੂੰ ਨਾ ਸੰਭਾਲਿਆ। ਰਾਤ ਦੇ ਕੀਰਤਨ ਦੇ ਮਗਰੋਂ ਸਭ ਨੇ ਆਪਣੇ ਆਪਣੇ ਆਸਨ 'ਤੇ ਆਰਾਮ ਕੀਤਾ। ਦੂਜੇ ਦਿਨ ਅੰਮ੍ਰਿਤ ਵੇਲੇ ਦੁਸ਼ਹਿਰੇ ਦਾ ਦਿਨ ਸੀ। ਸਭ ਨੇ ਪ੍ਰੇਮ ਅਤੇ ਵੈਰਾਗ ਦੇ ਰੰਗ ਵਿੱਚ ਰੱਤੇ ਹੋਏ ਇਸ਼ਨਾਨ ਕੀਤਾ। ਨਿਤਨੇਮ ਦੇ ਪਾਠ ਮਗਰੋਂ ਦੀਵਾਨ ਵਿੱਚ ਹਾਜ਼ਰ ਹੋ ਗਏ। ਇੱਧਰ ਅਖੰਡ ਕੀਰਤਨ ਜਾਰੀ ਸੀ ਤੇ ਉੱਧਰ ਲੰਗਰ, ਜਿਸ ਦੀ ਸੇਵਾ ਮਹਾਰਾਜਾ ਰਿਪੂ ਦਮਨ ਸਿੰਘ ਮਾਲਵਿੰਦਰ ਬਹਾਦਰ ਨੇ ਕੀਤੀ ਸੀ। ਅਤੁੱਟ ਲੰਗਰ ਦੀ ਤਿਆਰੀ ਰਾਤ ਦੇ 4 ਵਜੇ ਤੋਂ ਹੀ ਆਰੰਭ ਹੋ ਗਈ ਸੀ। ਬੇਅੰਤ ਕੜਾਹ ਪ੍ਰਸ਼ਾਦ ਦੇ ਕੜਾਹੇ ਅਤੇ ਹੋਰ ਦਾਲ ਭਾਜੀ ਸੁੰਦਰ ਪ੍ਰਸ਼ਾਦੇ ਤਿਆਰ ਕੀਤੇ ਗਏ। 12 ਵਜੇ ਦੇ ਮਗਰੋਂ ਦੁਸ਼ਹਿਰੇ ਦੇ ਅਖੰਡ ਪਾਠ ਦਾ ਭੋਗ ਪਿਆ। ਪ੍ਰੇਮੀਆਂ ਨੇ ਆਪਣੀ ਸ਼ਰਧਾ ਅਨੁਸਾਰ ਭੇਟਾ ਕੀਤੀ। ਇਹ ਕਈ ਹਜ਼ਾਰ ਦੀ ਗਿਣਤੀ ਵਿੱਚ ਸੀ, ਜੋ ਕਿ ਉਸ ਵੇਲੇ ਅਕਾਲ ਕਾਲਜ ਕਮੇਟੀ ਦੇ ਹਵਾਲੇ ਕੀਤੀ ਗਈ। ਅਰਦਾਸ ਮਗਰੋਂ ਲੰਗਰ ਲਈ ਪੰਗਤਾਂ ਸੱਜ ਗਈਆਂ। 50 ਕੁ ਵਿਗੇ ਵਿਹੜੇ ਵਿੱਚ ਰੰਗ ਬਿਰੰਗੇ ਦਸਤਾਰੇ ਸਜਾਈ ਮਾਲਵੇ ਦੇ ਬਲੀ ਸਿੰਘ ਸਫਾਂ 'ਤੇ ਸੱਜ ਗਏ। ਲੰਗਰ ਵਰਤਣਾ ਸ਼ੁਰੂ ਹੋ ਗਿਆ। ਇਹ ਦਰਸ਼ਨ ਜਿਨ੍ਹੇ ਕੀਤੇ ਹਨ, ਇਸ ਦੀ ਮਹਿਮਾ ਉਹੀ ਜਾਣਦਾ ਹੈ। ਸੱਚਮੁੱਚ ਸੰਗਤ ਵਿੱਚ ਕਲਗੀਆਂ ਵਾਲੇ ਦਾ ਜ਼ਹੂਰ ਸੀ। ਇਹ ਅਦੁੱਤੀ ਦ੍ਰਿਸ਼ ਕਦੀ ਭਾਗਾਂ ਨਾਲ ਹੀ ਕਿਸੇ ਮਹਾਂਪੁਰਸ਼ ਦੀ ਬਰਕਤ ਦਾ ਸਦਕਾ ਹੀ ਭੂਮੀ 'ਤੇ ਪ੍ਰਗਟ ਹੁੰਦਾ ਹੈ।
ਰਾਤ ਦੇ 10 ਵਜੇ ਤੀਕ ਲੰਗਰ ਵਰਤਦਾ ਰਿਹਾ। ਕਿਸੇ ਗੱਲ ਦੀ ਤੋੜ ਨਾ ਆਈ। ਲੰਗਰ ਵਰਤ ਚੁੱਕਣ ਤੋਂ ਮਗਰੋਂ ਵੀ ਖੁੱਲ੍ਹਾ ਕੜਾਹ ਪ੍ਰਸ਼ਾਦ ਲੰਗਰ ਵਿੱਚ ਬਚਿਆ ਰਿਹਾ, ਜਿਹੜਾ ਕਿ ਦੂਜੇ ਦਿਨ ਸੰਗਤਾਂ ਨੇ ਛਕਿਆ। ਸੰਤ ਜੀ ਮਹਾਰਾਜ ਦੇ ਅੰਗੀਠੀ 'ਤੇ ਉਸੇ ਵੇਲੇ ਇੱਕ ਛੋਟਾ ਜਿਹਾ ਕਮਰਾ ਬਣ ਗਿਆ ਅਤੇ ਇਸ 'ਤੇ ਵੀ ਟੀਨ ਦੀ ਛੱਤ ਪਾਈ ਗਈ। ਭਾਈ ਨਰੈਣ ਸਿੰਘ ਜੀ ਨੇ ਬੜੇ ਵੈਰਾਗ ਵਿੱਚ ਆਪਣੇ ਆਪ ਨੂੰ ਪਾਠੀ ਦੀ ਸੇਵਾ ਵਿੱਚ ਅਰਪਣ ਕੀਤਾ। ਜਦ ਭਾਈ ਰਣਧੀਰ ਸਿੰਘ ਜੀ ਦੀ ਕੈਦ ਤੋਂ ਛੁੱਟ ਕੇ ਆਏ ਤਦ ਭਾਈ ਤੇਜਾ ਸਿੰਘ ਉਹਨਾਂ ਪਾਸ ਨਾਰੰਗਵਾਲ ਮੇਲੇ ਲਈ ਗਏ। ਭਾਈ ਸਾਹਿਬ ਨੇ ਉਹਨਾਂ ਨੂੰ ਕੌਤਕ ਸੁਣਾਇਆ। ਜਦ ਮੈਂ ਜੇਲ੍ਹ ਖਾਨੇ ਦੀ ਕਾਲ ਕੋਠਰੀ ਵਿੱਚ ਬੰਦ ਸਾਂ ਤਾਂ ਇੱਕ ਦਿਨ ਅੰਮ੍ਰਿਤ ਵੇਲੇ ਕੀ ਵੇਖਦਾ ਹਾਂ ਕਿ ਸੰਤ ਜੀ ਮਹਾਰਾਜ ਚੌਂਕੜੀ ਸਜਾਈ ਸ਼ੇਸ਼ਨਾਗ ਦੀ ਸੇਜ 'ਤੇ ਬੈਠੇ ਹੋਏ ਹਨ। ਕੁਝ ਦਿਨ ਮਗਰੋਂ ਮੈਨੂੰ ਮਾਲਵੇ ਤੋਂ ਪ੍ਰੇਮੀ ਮਿਲਣ ਆਏ। ਉਹਨਾਂ ਨੇ ਦੱਸਿਆ ਕਿ ਸੰਤ ਜੀ ਮਹਾਰਾਜ ਦੇ ਚਲਾਣੇ ਅਤੇ ਮੇਰੇ ਦ੍ਰਿਸ਼ਟਾਂਤ ਦੇਖਣ ਦਾ ਸਮਾਂ ਇੱਕੋ ਹੀ ਰਾਤ ਤੇ ਇੱਕੋ ਹੀ ਵੇਲਾ ਸੀ। ਜਿਸ ਰਾਤ ਸੰਤ ਜੀ ਮਹਾਰਾਜ ਸਮਾਏ ਉਸੇ ਅੰਮ੍ਰਿਤ ਵੇਲੇ ਸ਼ਾਹ ਦੀ ਢੇਰੀ ਵਾਲੀ ਮਾਈ ਨੂੰ ਦਰਸ਼ਨ ਹੋਏ। ਦੂਜੇ ਦਿਨ ਮਾਈ ਵੀ ਸੰਤ ਜੀ ਮਹਾਰਾਜ ਦੇ ਚਰਨਾਂ ਵਿੱਚ ਲੈ ਹੋ ਗਈ। ਇੱਕ ਦਿਨ ਭਾਈ ਹਰਨਾਮ ਸਿੰਘ ਜੀ ਗ੍ਰੰਥੀ ਬੜੇ ਵੈਰਾਗ ਵਿੱਚ ਆ ਗਏ। ਅਰਜ਼ ਕੀਤੀ, ਸੱਚੇ ਪਾਤਸ਼ਾਹ, ਹਜ਼ੂਰ ਨੇ ਬੜਾ ਹੀ ਡਾਢਾ ਭਾਣਾ ਵਰਤਾਇਆ। ਉਸ ਵੇਲੇ ਸੰਤ ਜੀ ਮਹਾਰਾਜ ਤਿਆਰ ਬਰ ਤਿਆਰ ਸਾਹਮਣੇ ਨਜ਼ਰ ਆਏ ਅਤੇ ਭਾਈ ਹਰਨਾਮ ਸਿੰਘ ਜੀ ਦਿਲਾਸਾ ਦੇ ਆਖਿਆ, ਭਾਈ ਸਤਿਗੁਰ ਸੱਚੇ ਪਾਤਸ਼ਾਹ ਦੇ ਘਰ ਦੀ ਮਰਿਆਦਾ ਅਨੁਸਾਰ ਸਾਨੂੰ ਇਹ ਖੇਲ ਵਰਤਾਣੀ ਪਈ। ਧਰਮ ਦੀ ਹਾਨੀ ਦੇਖ ਕੇ ਅਕਾਲ ਪੁਰਖ ਦੇ ਹੁਕਮ ਵਿੱਚ ਗੁਪਤ ਬਲਿਦਾਨ ਕਰਨਾ ਪਿਆ। ਅਸੀਂ ਸੇਵਕਾਂ ਦੇ ਸਦਾ ਹੀ ਅੰਗ ਸੰਗ ਹਾਂ। ਇੱਕ ਦਿਨ ਅੰਮ੍ਰਿਤਸਰ ਸਾਹਿਬ ਭਾਈ ਦਦਾਰ ਸਿੰਘ ਟੂਟੀਆਂ ਵਾਲੇ ਬੁੰਗੇ ਵਿੱਚ ਫੁੱਟ ਕੇ ਰੋਣ ਲੱਗ ਪਏ ਅਤੇ ਬੜੇ ਵੈਰਾਗ ਵਿੱਚ ਸੰਤ ਜੀ ਮਹਾਰਾਜ ਅੱਗੇ ਬੇਨਤੀ ਕੀਤੀ, ਮਹਾਰਾਜ ਜੀ, ਸਰੀਰ ਵਿੱਚ ਮੈਂ ਤੁਹਾਨੂੰ ਨਹੀਂ ਜਾਣ ਸਕਿਆ। ਮੈਨੂੰ ਤਾਂ ਹੁਣ ਪਤਾ ਲੱਗਾ ਕਿ ਤੁਸੀਂ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਸੋ ਮੈਂ ਅਭਾਗਾ ਦਾਤ ਤੋਂ ਵਾਂਝਾ ਰਹਿ ਗਿਆ। ਹੁਣ ਮੈਂ ਕੀ ਕਰਾਂ? ਉਸੇ ਵੇਲੇ ਸੰਤ ਜੀ ਮਹਾਰਾਜ ਨੇ ਦਰਸ਼ਨ ਦਿੱਤੇ ਅਤੇ ਫਰਮਾਇਆ, ਘਬਰਾ ਨਹੀਂ, ਗੁਰਬਾਣੀ ਪੜ੍ਹਿਆ ਕਰ। ਸੇਵਾ ਸੰਬੰਧੀ ਜੋ ਬਚਨ ਸੰਤ ਜੀ ਮਹਾਰਾਜ ਨੇ ਕੀਤੇ ਉਹ ਪ੍ਰਤੱਖ ਪੂਰੇ ਹੋ ਚੁੱਕੇ ਹਨ। ਬਾਕੀ ਜਦ ਤੱਕ ਸ੍ਰਿਸ਼ਟੀ ਹੈ, ਗੁਰੂ ਕੀਆਂ ਸੰਗਤਾਂ ਆਪਣੇ ਪ੍ਰੇਮ ਅਨੁਸਾਰ ਵਾਧਾ ਕਰੀ ਜਾਣਗੀਆਂ। ਜੋ ਬਚਨ ਸੰਤ ਜੀ ਦੇ ਮਹਾਂ ਆਕਾਸ਼ ਵਿੱਚ ਜਮ੍ਹਾਂ ਹਨ ਉਹ ਆਪਣੇ ਆਪਣੇ ਸਮੇਂ ਦੇ ਜ਼ਰੂਰ ਰੰਗ ਲਿਆਉਣਗੇ। ਸ੍ਰਿਸ਼ਟੀ ਭਾਵੇਂ ਤਬਾਹ ਹੋ ਜਾਵੇ, ਸਾਧੂ ਦੇ ਬਚਨ ਜ਼ਰੂਰ ਅਟਲ ਰਹਿਣਗੇ। ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਕਰਨਾ ਤੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ।